ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤਿ ਗਿਆਨ ਟੀਵੀ ਚੈਨਲ ਵੱਲੋਂ ਸਵਾਲ ਜਵਾਬ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਬਹੁਤ ਲੰਮੇ ਸਮੇਂ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਸਾਡੇ ਸਿੱਖ ਮਾਈ ਭਾਈ ਵੱਲੋਂ ਜੋ ਸਵਾਲ ਕਰਨੇ ਚਾਹੀਦੇ ਨੇ ਤੇ ਉਹਨਾਂ ਦਾ ਜਵਾਬ ਉਹਨਾਂ ਨੂੰ ਗੁਰਦੁਆਰਿਆਂ ਚੋਂ ਮਿਲਣਾ ਚਾਹੀਦਾ ਹੈ, ਉਹ ਨਹੀਂ ਹੋ ਰਿਹਾ ਸੀ। ਪਹਿਲੀ ਗੱਲ ਤਾਂ ਸਵਾਲ ਕਰਨ ਦਾ ਕਿਸੇ ਨੂੰ ਸਮਾਂ ਹੀ ਨਹੀਂ ਦਿੱਤਾ ਜਾਂਦਾ। ਕਿਸੇ ਵੀ ਗੁਰਦੁਆਰੇ 'ਚ ਸਵਾਲ ਜਵਾਬ ਦਾ ਪ੍ਰੋਗਰਾਮ ਹੀ ਨਹੀਂ ਹੈ ਤੇ ਕਥਾ ਕਰਨ ਵਾਲੇ ਕਥਾ ਕਰ ਜਾਂਦੇ ਨੇ, ਕੀਰਤਨ ਕਰਨ ਵਾਲੇ ਕੀਰਤਨ ਕਰ ਜਾਂਦੇ ਨੇ, ਗੁਰਦੁਆਰਾ ਕਮੇਟੀਆਂ ਵਾਲੇ ਸਮਾਗਮ ਤਾਂ ਬਹੁਤ ਮਨਾ ਲੈਂਦੇ ਨੇ, ਪਰ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ ਹੈ। ਤੇ ਜਿਹੜੀ ਗੁਰਮਤ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ, ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਵੀ ਕਿਤੇ ਨਹੀਂ ਹੈ। ਆਪਣੇ ਤੌਰ ਤੇ ਕੁਝ ਜਥੇਬੰਦੀਆਂ ਨੇ ਸੰਥਾ ਪਾਠ ਸ਼ੁੱਧ ਉਚਾਰਨ ਆਦਿਕ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ, ਪਰ ਉਹ ਵੀ ਉਹਨਾਂ ਦੇ ਆਪਸੀ ਮਤਭੇਦ ਬਹੁਤ ਨੇ, ਵਿਚਾਰ ਨਹੀਂ ਮਿਲਦੇ। ਤੋਂ ਇਹ ਜਿਹੜਾ ਪ੍ਰੋਗਰਾਮ ਹੈ, ਇਹਦੇ ਵਿੱਚ ਆਪਾਂ ਨੌਜਵਾਨ ਸਵਾਲ ਕਰਨਗੇ WhatsApp ਦੇ ਉੱਤੇ ਲਿਖ ਕੇ ਜਾਂ ਬੋਲ ਕੇ, ਸੰਖੇਪ ਦੇ ਵਿੱਚ ਉਹ ਆਪਣਾ ਸਵਾਲ ਭੇਜਣ। ਮੈਂ ਆਪਣੀ ਬੁੱਧੀ ਅਨੁਸਾਰ ਜਿਤਨਾ ਕੁ ਗੁਰਮਤ ਦੀ ਮੈਂ ਸਟੱਡੀ ਕੀਤੀ ਹੈ, ਉਹਦੇ ਅਨੁਸਾਰ ਗੁਰਬਾਣੀ ਦੇ ਚਾਨਣ ਵਿੱਚ ਜਵਾਬ ਦੇਣ ਦਾ ਉਪਰਾਲਾ ਕਰਾਂਗਾ। ਕੋਈ ਗਰੰਟੀ ਨਹੀਂ, ਕੋਈ ਇਸ ਤਰ੍ਹਾਂ ਦਾ ਭਰੋਸਾ ਨਹੀਂ ਕਿ 100% ਮੈਂ ਜਵਾਬ ਸਹੀ ਦੇ ਸਕਾਂਗਾ। ਕਮੀ ਹੋ ਸਕਦੀ ਹੈ। ਜਿਹੜੀ ਤੁਹਾਨੂੰ ਕਮੀ ਲੱਗੇ ਤੁਸੀਂ ਦੂਰ ਕਰਨ ਦਾ, ਉਹਨੂੰ ਨਜ਼ਰ ਅੰਦਾਜ਼ ਕਰਨ ਦਾ ਪੂਰਾ ਹੱਕ ਰੱਖਦੇ ਹੋ। ਜਿਹੜੀਆਂ ਗੱਲਾਂ ਚੰਗੀਆਂ ਲੱਗਣ ਉਹਨਾਂ ਨੂੰ ਅਪਣਾ ਸਕਦੇ ਹੋ। ਮੈਂ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ, ਇਤਿਹਾਸ ਅਤੇ ਹੋਰ ਪ੍ਰੈਕਟੀਕਲ ਜ਼ਿੰਦਗੀ ਦੇ ਰਾਹੀਂ ਬਹੁਤ ਕੁਝ ਸਿੱਖਿਆ, ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਉਪਰਾਲਾ ਕਰਾਂਗਾ। ਉਮੀਦ ਹੈ ਤੁਸੀਂ ਇਸ ਨੂੰ ਹੋਰ ਦਿਲਚਸਪੀ ਦੇ ਨਾਲ ਅਪਣਾਓਗੇ ਅਤੇ ਆਪਣੇ ਦਿਲ ਦੇ ਵਿੱਚ ਗੁਰਮਤ ਨਾਲ ਸੰਬੰਧਿਤ ਜੋ ਸਵਾਲ ਉੱਠਣਗੇ ਉਹ ਸਾਨੂੰ ਲਿਖ ਕੇ ਜਾਂ ਬੋਲ ਕੇ ਭੇਜੋਗੇ। ਅਸੀਂ ਸਵਾਗਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਨੰਬਰ 111 ਭਾਈ ਕੁਲਵੰਤ ਸਿੰਘ ਢਾਲੀਵਾਲ USA ਤੋਂ ਪੁੱਛਦੇ ਨੇ ਕਿ ਬੰਦਾ ਸਿੰਘ ਬਹਾਦਰ ਦੀ ਭਾਰਤ ਵਿੱਚ ਕੋਈ ਯਾਦਗਾਰ ਹੈ? ਸਤਿਕਾਰਯੋਗ ਸਾਧ ਸੰਗਤ ਜੀਓ, ਸਿੱਖ ਮੁਖੀਆਂ ਦੀ ਅਣਗਹਿਲੀ ਜਾਂ ਕਹਿ ਲਈਏ ਮੂਰਖਤਾ ਇੰਨੀ ਜ਼ਿਆਦਾ ਹੈ, ਦੱਸਦਿਆਂ ਨੂੰ ਬੋਲਦਿਆਂ ਨੂੰ ਵੀ ਸ਼ਰਮ ਆਉਂਦੀ ਹੈ। ਜਿੱਥੇ ਵੀ ਦੇਖੋ ਕਿਸੇ ਵੀ ਯੋਧੇ ਦੇ ਨਾਮ ਤੇ ਗੁਰਦੁਆਰੇ ਤੇ ਬਹੁਤ ਬਣਾਏ ਗਏ ਨੇ, ਪਰ ਉਹਨਾਂ ਦੀਆਂ ਯਾਦਗਾਰਾਂ ਜੋ ਉਹਨਾਂ ਨੇ ਸਮਾਜ ਦੇ ਵਿੱਚ ਰਹਿ ਕੇ ਜੰਗ ਯੁੱਧ ਲੜੇ, ਪਰਉਪਕਾਰ ਕੀਤੇ, ਮੁਸ਼ਕਲਾਂ ਝੱਲੀਆਂ, ਜਾਨਾਂ ਤੱਕ ਵਾਰੀਆਂ, ਇਸ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਲੈਣ ਦੇ ਵਿੱਚ ਬੇਅੰਤ ਯੋਗਦਾਨ ਪਾਇਆ, ਉਹਨਾਂ ਦੀਆਂ ਯਾਦਗਾਰਾਂ ਘੱਟ ਤੋਂ ਘੱਟ ਬਣੀਆਂ ਹੋਈਆਂ ਨੇ। ਹਰ ਥਾਂ ਤੇ ਜਿੱਥੇ ਦੇਖੋ ਸੰਖਮਰਮਰ ਲਾਇਆ, ਗੁਰਦੁਆਰਾ ਬਣਿਆ, ਪੂਜਣਯੋਗ ਅਸਥਾਨ ਬਣੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਮੱਥੇ ਟੇਕੇ ਜਾ ਰਹੇ ਨੇ, ਗੋਲਕਾਂ ਧਰੀਆਂ ਹੋਈਆਂ ਨੇ, ਪਰ ਉਹਨਾਂ ਯੋਧਿਆਂ ਦੀਆਂ ਸਾਰੀਆਂ ਕੀਤੀਆਂ ਕਮਾਈਆਂ ਉਹ ਘੱਟੇ ਰੋਲ ਦਿੱਤੀਆਂ ਗਈਆਂ ਨੇ। ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜੰਗਲਾਂ ਵਿੱਚ ਰਹਿ ਕੇ, ਪਹਾੜਾਂ 'ਚ ਰਹਿ ਕੇ, ਉਹਨਾਂ ਸਮਿਆਂ 'ਚ ਜਦੋਂ ਘੱਟ ਤੋਂ ਘੱਟ ਸਾਧਨ ਸਨ, ਗਿਣਤੀ ਬਹੁਤ ਥੋੜ੍ਹੀ ਸੀ, ਤੇ ਉਦੋਂ ਉਹਨਾਂ ਨੇ ਕਿੱਡੇ ਵੱਡੇ ਕਾਰਜ ਕਰ ਵਿਖਾਏ। ਉਹਨਾਂ ਨੂੰ ਸਾਰਿਆਂ ਨੂੰ ਭੁਲਾ ਦਿੱਤਾ ਗਿਆ, ਸਾਡੇ ਮਨਾਂ 'ਚੋਂ ਮਿਟਾ ਦਿੱਤਾ ਗਿਆ। ਬਲਕਿ ਇਹ ਕਹਿ ਲਈਏ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੂੰ ਵੀ ਕਲੰਕਿਤ ਕਰ ਦਿੱਤਾ ਗਿਆ। ਅਨੇਕਾਂ ਇਲਜ਼ਾਮ ਲਿਖਾਰੀਆਂ ਨੇ ਤੇ ਬੁਲਾਰਿਆਂ ਨੇ ਉਹਦੇ 'ਤੇ ਲਾ ਦਿੱਤੇ ਨੇ ਕਿ ਉਹ ਤਾਂ ਗੁਰੂ ਅਖਵਾਉਣ ਲੱਗ ਪਿਆ ਸੀ, ਉਹ ਤਾਂ ਆਪਣੀ ਪੂਜਾ ਕਰਵਾਉਣ ਲੱਗ ਪਿਆ ਸੀ, ਉਹ ਤਾਂ ਫਤਿਹ ਦਰਸ਼ਨ ਬੋਲਣ ਲੱਗ ਪਿਆ ਸੀ, ਤੇ ਉਹਨੇ ਤਾਂ ਵਿਆਹ ਕਰਵਾ ਲਿਆ ਸੀ। ਭਾਵੇਂ ਇਹਨਾਂ ਗੱਲਾਂ ਦਾ ਮੈਂ ਪਹਿਲਾਂ ਆਪਣੇ ਸਵਾਲਾਂ ਜਵਾਬਾਂ ਦੇ ਵਿੱਚ ਅਤੇ ਹੋਰਨਾਂ ਤਰੀਕਿਆਂ ਦੇ ਨਾਲ ਬਹੁਤ ਵਾਰੀ ਜਵਾਬ ਦੇ ਚੁੱਕਿਆ, ਪਰ ਸਾਡੇ ਸਿੱਖਾਂ ਦੇ ਮਨਾਂ ਦੇ ਵਿੱਚ ਇੰਨਾ ਕੂੜਾ ਭਰਿਆ ਹੋਇਆ ਤੇ ਉਹ ਨਿਕਲਣਾ ਬਹੁਤ ਔਖਾ ਹੈ। ਕਿਉਂਕਿ ਸਾਡੇ ਜਿਹੜੇ ਪ੍ਰਚਾਰਕ ਨੇ ਅਤੇ ਸਾਡੇ ਜਿਹੜੇ ਪ੍ਰਬੰਧਕ ਨੇ, ਉਹਨਾਂ ਨੇ ਕੇਵਲ ਪੈਸਾ ਕਮਾਉਣ ਦੇ ਉੱਤੇ ਨਜ਼ਰ ਟਿਕਾਈ ਹੋਈ ਹੈ। ਸਿੱਖ ਸਮਾਜ ਦਾ ਸੁਧਾਰ ਕਰਨ ਵਾਸਤੇ, ਕਿਸੇ ਚੰਗੇ ਰਾਹ ਪਾਉਣ ਵਾਸਤੇ ਜਾਂ ਆਪਣੇ ਬਹਾਦਰਾਂ ਦਾ ਸਤਿਕਾਰ ਮੁੜ ਤੋਂ ਬਹਾਲ ਕਰਨ ਵਾਸਤੇ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ। ਬੰਦਾ ਸਿੰਘ ਬਹਾਦਰ ਦਾ ਥੋੜ੍ਹੀ ਬਹੁਤ ਯਾਦਗਾਰ ਜਾਂ ਤਾਂ ਦਿੱਲੀ ਦੇ ਵਿੱਚ ਜਿਹੜਾ ਕੁਤਬ ਮੀਨਾਰ ਦੇ ਨੇੜੇ ਬਣੀ ਹੋਈ ਹੈ, ਉੱਥੇ ਵੀ ਕੋਈ ਬਹੁਤ ਮਹੱਤਵਪੂਰਨ ਨਹੀਂ ਹੈ, ਜਾਂ ਫਿਰ ਪਿੱਛੇ ਜੇ ਕੋਈ 6-7 ਸਾਲ ਹੋ ਗਏ ਬੰਦਾ ਸਿੰਘ ਬਹਾਦਰ ਦਾ ਇੱਕ ਬੁੱਤ, ਜਦੋਂ ਫਤਿਹਗੜ੍ਹ ਤੋਂ ਆਪਾਂ ਮਰਿੰਡੇ ਵੱਲ ਨੂੰ ਜਾਈਏ, ਰਸਤੇ ਦੇ ਵਿੱਚ ਇੱਕ ਪਿੰਡ ਹੈ ਤੇ ਰਸਤੇ ਦੀ ਸੜਕ ਹੈ, ਉਹਦੇ ਉੱਤੇ ਕਿਤੇ ਬੰਦਾ ਸਿੰਘ ਦੇ ਨਾਮ ਤੇ ਗੇਟ ਬਣਾ ਦਿੱਤਾ, ਕਿਤੇ ਉਹਦਾ ਬੁੱਤ ਲਾ ਦਿੱਤਾ।
ਇਹ ਵੀ ਕੇਵਲ ਚੋਣਾਂ ਜਿੱਤਣ ਵਾਸਤੇ ਚੋਣਾਂ ਦੇ ਸਮੇਂ ਤੇ ਕੀਤਾ ਹੋਇਆ ਇੱਕ ਸਟੰਟ ਹੁੰਦਾ ਹੈ। ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ਗਏ ਉੱਤਮ ਕਾਰਜ, ਉਹਨਾਂ ਦੀ ਯਾਦਗਾਰ, ਉਹਨਾਂ ਦੇ ਜੰਗ ਯੁੱਧ ਦੇ ਢੰਗ ਤਰੀਕੇ, ਉਹਨਾਂ ਵੱਲੋਂ ਕੀਤੇ ਵੱਡੇ ਕਾਰਨਾਮੇ, ਉਹਨਾਂ ਨੂੰ ਸਮਝਣ ਵਾਸਤੇ ਵੇਖਣ ਵਾਸਤੇ ਕੁਝ ਵੀ ਕਿਤੇ ਨਹੀਂ ਕੀਤਾ ਗਿਆ। ਮੈਂ ਹੈਰਾਨ ਹੁੰਨਾ ਕਿ ਅੰਗਰੇਜ਼ਾਂ ਨੇ ਅਤੇ ਹੋਰਨਾਂ ਲੋਕਾਂ ਨੇ ਆਪਣੀਆਂ ਯਾਦਗਾਰਾਂ, ਬਹਾਦਰਾਂ ਦੇ ਕੀਤੇ ਕਾਰਜ, ਉਹ ਭਾਵੇਂ ਉਹਨਾਂ ਦੇ ਹੱਕ 'ਚ ਵੀ ਕਈ ਵਾਰੀ ਨਹੀਂ ਜਾਂਦੇ, ਜਿਵੇਂ ਚਰਖੜੀ 'ਤੇ ਚੜ੍ਹਨਾ, ਆਰਿਆਂ ਨਾਲ ਚਿਰਨਾ। ਅੱਜ ਇਹ ਬਹੁਤ ਖੌਫਨਾਕ ਹੈ। ਵਿਦੇਸ਼ਾਂ ਵਾਲਿਆਂ ਨੇ ਜੋ ਉਹਨਾਂ ਦੇ ਉਦੋਂ ਦੀਆਂ ਸਰਕਾਰਾਂ ਨੇ ਦੁਸ਼ਮਣਾਂ ਨਾਲ ਖੁਦ ਜ਼ੁਲਮ ਕੀਤੇ, ਉਹਨਾਂ ਹਥਿਆਰਾਂ ਨੂੰ ਤੇ ਉਹਨਾਂ ਸਾਰੀਆਂ ਵਸਤਾਂ ਨੂੰ ਵੀ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਮੁੜ ਤੋਂ ਕੋਈ ਇਹੋ ਜਿਹੇ ਜ਼ੁਲਮ ਨਾ ਕਰੇ। ਉਹਨੂੰ ਦੇਖ ਕੇ ਅੰਦਰ ਖੌਫ ਪੈਦਾ ਹੋਵੇ। ਜਿਹੜੇ ਦੂਜੀ ਧਿਰ ਨੇ ਕਿਸੇ ਤੇ ਜ਼ੁਲਮ ਕੀਤੇ, ਉਹਨਾਂ ਜ਼ੁਲਮ ਕਰਨ ਦੇ ਢੰਗ ਤਰੀਕਿਆਂ ਨੂੰ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਸਾਂਭ ਕੇ ਰੱਖਿਆ ਹੋਇਆ। ਉਸ ਤਰ੍ਹਾਂ ਹੀ ਚਰਖੜੀਆਂ, ਉਸ ਤਰ੍ਹਾਂ ਹੀ ਕੋਹਲੂ ਤੇ ਉਸ ਤਰ੍ਹਾਂ ਹੀ ਆਰੇ, ਉਸ ਤਰ੍ਹਾਂ ਹੀ ਰੰਬੀਆਂ, ਜੋ ਉਹਨਾਂ ਦੇ ਦੇਸ਼ਾਂ ਦੇ ਵਿੱਚ ਤਸੀਹੇ ਦੇਣ ਦੇ ਢੰਗ ਤਰੀਕੇ ਸਨ, ਉਹਨਾਂ ਦੇਸ਼ਾਂ ਵਾਲਿਆਂ ਨੇ ਅੱਜ ਤੱਕ ਕਈ 100 ਸਾਲ ਦੇ ਉਹ ਯਾਦਗਾਰਾਂ ਸਾਂਭ ਕੇ ਰੱਖੀਆਂ ਹੋਈਆਂ ਨੇ। ਅੱਜ ਤੱਕ ਲੋਕੀ ਵੇਖਦੇ ਨੇ, ਸਿਰ ਝੁਕਾਉਂਦੇ ਨੇ ਤੇ ਤੋਬਾ ਕਰਦੇ ਨੇ ਕਿ ਮੁੜ ਕੇ ਦੁਨੀਆ ਦੇ ਵਿੱਚ ਇਹੋ ਜਿਹੇ ਜ਼ੁਲਮ ਨਾ ਹੋਣ। ਪਰ ਕਿੱਡੀ ਬਦਕਿਸਮਤੀ ਹੈ, ਅਸੀਂ ਜਦੋਂ ਵੀ ਕਿਤੇ ਵੇਖਦੇ ਹਾਂ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਬੰਦਾ ਸਿੰਘ ਬਹਾਦਰ ਅਤੇ ਜਿੰਨੇ ਵੀ ਹੋਰ ਬਹਾਦਰ ਯੋਧੇ ਹੋਏ ਨੇ, ਜੰਗ ਤੇ ਲੜੀ ਉਹਨਾਂ ਨੇ ਆਜ਼ਾਦੀ ਦੀ, ਪਰ ਅਸੀਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਥਾਂ ਥਾਂ ਤੇ ਜਾਂ ਤੇ ਉਹਨਾਂ ਦੀਆਂ ਮੂਰਤੀਆਂ ਲੱਗੀਆਂ ਨੇ, ਜਾਂ ਉਹਨਾਂ ਦੀਆਂ ਫੋਟੋਆਂ ਰੱਖੀਆਂ ਨੇ, ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਉੱਥੇ ਹੀ ਉਹਨਾਂ ਦੀ ਪੂਜਾ ਸ਼ੁਰੂ ਹੋ ਗਈ ਹੈ। ਉਹਨਾਂ ਦੀ ਕੋਈ ਯਾਦ, ਉਹਨਾਂ ਦਾ ਇਤਿਹਾਸ ਜੋ ਵਿਗਿਆਨਕ ਢੰਗ ਨਾਲ ਅੱਜ ਸਾਨੂੰ ਸੁਚੱਜੀ ਸੇਧ ਦੇਵੇ, ਉਹ ਕਿਤੇ ਵੀ ਨਹੀਂ ਲੱਭੇਗਾ। ਇਹ ਬਹੁਤ ਦੁਖਦਾਈ ਪਹਿਲੂ ਹੈ। ਬਲਕਿ ਉਹ ਕਹਾਣੀਆਂ ਅੱਜ ਤੱਕ ਪ੍ਰਚਲਿਤ ਨੇ, 300-350 ਸਾਲ ਬੀਤ ਜਾਣ ਦੇ ਬਾਵਜੂਦ ਵੀ, ਜਿਹੜੀ ਬੰਦਾ ਸਿੰਘ ਬਹਾਦਰ ਨੂੰ ਅਪਮਾਨਿਤ ਤਾਂ ਕਰਦੀਆਂ ਨੇ, ਪਰ ਉਹਨਾਂ ਦੀ ਵਡਿਆਈ ਘੱਟ ਕਰਦੀਆਂ ਨੇ। ਗੁਰੂ ਪਿਆਰ ਵਾਲਿਓ, ਬਹੁਤ ਕੁਝ ਕਰਨ ਦੀ ਲੋੜ ਹੈ। ਜੇ ਅਸੀਂ ਨਾ ਜਾਗੇ, ਜੇ ਸਾਡੇ ਆਗੂਆਂ ਨੇ ਸਾਨੂੰ ਜਗਾਉਣ ਵਾਸਤੇ ਵਿੱਦਿਆ ਦਾ ਪਸਾਰ ਨਾ ਕੀਤਾ, ਕੋਈ ਅਜਿਹੇ ਸਕੂਲ, ਕਾਲਜ, ਯੂਨੀਵਰਸਿਟੀਆਂ ਨਾ ਚਲਾਏ, ਤਾਂ ਸਾਡੀ ਹਾਲਤ ਦਿਨ ਪਰ ਦਿਨ ਨਿੱਘਰਦੀ ਚਲੇ ਜਾਵੇਗੀ। ਬਹੁਤ ਸਾਰੀ ਸਿੱਖ ਕੌਮ ਜਿਹੜੇ ਕਿ ਰੋਜ਼ਾਨਾ ਸ਼ੋਰ ਪਾਉਂਦੇ ਆ ਕਿ ਸਾਨੂੰ ਹਿੰਦੂ ਸਮਾਜ ਦੇ ਵਿੱਚ ਡੁੱਬਦੇ ਜਾ ਰਹੇ ਆ, ਬ੍ਰਾਹਮਣੀ ਕਲਚਰ ਸਾਨੂੰ ਆਪਣੇ ਵਿੱਚ ਗਰਕ ਕਰ ਰਹੇ ਹੈ, ਤਾਂ ਇਹ ਤੇ ਹੋਣਾ ਹੀ ਹੋਣਾ, ਕਿਉਂਕਿ ਅਸੀਂ ਬਚਣ ਵਾਸਤੇ ਤਰੀਕਾ ਕੋਈ ਲੱਭਿਆ ਹੀ ਨਹੀਂ ਹੈ, ਰਾਹ ਕੋਈ ਅਪਣਾਇਆ ਹੀ ਨਹੀਂ ਹੈ। ਰਾਹ ਸਭ ਤੋਂ ਜ਼ਰੂਰੀ ਹੈ ਗਿਆਨ ਦਾ, ਅਕਲ ਦਾ। ਇਹਦੇ ਤੋਂ ਬਿਨਾਂ ਕੁਝ ਵੀ ਪ੍ਰਾਪਤੀ ਨਹੀਂ ਹੋਣੀ। ਸਵਾਲ ਨੰਬਰ 112 ਭਾਈ ਹਰਪ੍ਰੀਤ ਸਿੰਘ ਕਾਤਰ ਦੋਹਾ ਤੋਂ ਸਵਾਲ ਕਰਦੇ ਨੇ ਕਿ ਬੀਬੀਆਂ ਖੰਡੇ ਕੀ ਪਹੁਲ ਲੈ ਕੇ ਛੇਦਕ ਗਹਿਣੇ ਪਾ ਸਕਦੀਆਂ ਨੇ, ਭਾਵ ਕਿ ਕੰਨਾਂ ਦੇ ਵਿੱਚ ਅਤੇ ਨੱਕ ਦੇ ਵਿੱਚ ਗਹਿਣੇ ਪਾ ਸਕਦੇ ਨੇ, ਭਾਵੇਂ ਕਿ ਸਿੱਖ ਰਹਿਤ ਮਰਿਆਦਾ ਜੋ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਹੋਈ ਹੈ ਉਹਦੇ ਵਿੱਚ ਤਾਂ ਛੇਦਕ ਗਹਿਣੇ ਪਾਉਣ ਦੀ ਮਨਾਹੀ ਕੀਤੀ ਗਈ ਹੈ, ਕਿਉਂਕਿ ਛੇਦਕ ਗਹਿਣੇ ਅਸਲ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਪਾਏ ਜਾਂਦੇ ਸਨ। ਜਿਵੇਂ ਪਸ਼ੂਆਂ ਦੇ ਨੱਕ 'ਚ, ਕੰਨ 'ਚ ਕੋਈ ਨਾ ਕੋਈ ਲੋਹੇ ਦੀ ਇਹੋ ਜਿਹਾ ਕੁੰਡਾ, ਕੜਾ ਪਾ ਦਿੰਦੇ ਸਨ ਤਾਂ ਕਿ ਉਹ ਜਾਨਵਰ ਕਾਬੂ 'ਚ ਰਵੇ। ਇਸੇ ਤਰ੍ਹਾਂ ਪੁਰਾਤਨ ਸਮੇਂ 'ਚ ਔਰਤਾਂ ਨੂੰ ਵੀ ਗੁਲਾਮ ਰੱਖਿਆ ਜਾਂਦਾ ਸੀ ਤੇ ਉਹ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਉਹਦੇ ਨੱਕ ਦੇ ਵਿੱਚ ਅਜਿਹੀ ਨੱਥ ਪਾਈ ਜਾਂਦੀ ਸੀ ਤਾਂ ਕਿ ਉਹਨੂੰ ਗੁਲਾਮੀ ਦਾ ਅਹਿਸਾਸ ਵੀ ਰਹੇ ਤੇ ਚਿੰਨ੍ਹ ਵੀ ਸਭ ਨੂੰ ਪਤਾ ਲੱਗੇ ਕਿ ਇਹ ਗੁਲਾਮ ਔਰਤ ਹੈ ਤੇ ਇਹਨਾਂ ਨੇ ਆਪਣੇ ਜੋ ਘਰ ਰੱਖੀ ਹੋਈ ਹੈ ਨੌਕਰਾਣੀਆਂ ਵਾਂਗ ਹੈ, ਇਹਦਾ ਆਪਣਾ ਕੋਈ ਹੱਕ ਅਧਿਕਾਰ ਨਹੀਂ ਹੈ। ਤੇ ਪੈਰਾਂ ਦੇ ਵਿੱਚ ਝਾਂਜਰਾਂ ਆਦਿਕ ਵੀ ਇਸੇ ਤਰ੍ਹਾਂ, ਜਿਵੇਂ ਕਿਸੇ ਦੇ ਬੇੜੀਆਂ ਹੁੰਦੀਆਂ ਨੇ, ਉਹ ਬੇੜੀਆਂ ਦਾ ਹੀ ਦੂਜਾ ਰੂਪ ਨੇ ਝਾਂਜਰਾਂ ਵੀ। ਹੌਲੀ ਹੌਲੀ ਭਾਵੇਂ ਇਹਨਾਂ ਚੀਜ਼ਾਂ ਨੇ ਰੂਪ ਬਦਲ ਲਿਆ, ਚੂੜੀਆਂ ਆਦਿਕ ਵੀ ਇਸੇ ਤਰ੍ਹਾਂ ਹੱਥਕੜੀਆਂ ਦਾ ਹੀ ਦੂਜਾ ਰੂਪ ਨੇ। ਵੀ ਜਦੋਂ ਵੀ ਔਰਤਾਂ ਨੂੰਹਾਂ ਘਰਾਂ ਦੇ ਵਿੱਚ ਕੰਮ ਵੀ ਕਰਨ, ਜੇ ਉਹਨਾਂ ਦੇ ਝਾਂਜਰਾਂ ਪਾਈਆਂ ਹੋਈਆਂ ਨੇ ਤਾਂ ਉਹ ਜਦੋਂ ਜਿੱਧਰ ਕੰਮ ਕਰਦੀਆਂ ਨੇ ਉਹ ਛਣਕਾਟਾ ਪੈਂਦਾ ਰਵੇ, ਘਰਦਿਆਂ ਨੂੰ ਪਤਾ ਲੱਗੇ ਕਿਤੇ ਵਿਹਲੀ ਤਾਂ ਨਹੀਂ ਬੈਠੀ, ਕਿਤੇ ਬਾਹਰ ਤਾਂ ਨਹੀਂ ਚਲੀ ਗਈ, ਤੇ ਉਹਦੀ ਆਵਾਜ਼ ਤੋਂ ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾਂਦੀ ਸੀ। ਇਹ ਪੁਰਾਤਨ ਸਮਿਆਂ ਦੀਆਂ ਪਰੰਪਰਾਵਾਂ ਸੀ। ਗੁਰੂ ਸਾਹਿਬ ਨੇ ਇਹਨਾਂ ਪਰੰਪਰਾਵਾਂ ਤੋਂ ਸਾਨੂੰ ਮੁਕਤ ਕੀਤਾ। ਇਹ ਗਹਿਣੇ ਗੱਟੇ ਆਦਿਕ ਇਹ ਅਯਾਸੀ ਦਾ ਅਤੇ ਗੁਲਾਮੀ ਦਾ ਰਲਿਆ ਮਿਲਿਆ
ਕੰਮ ਚੱਲ ਰਿਹਾ ਸੀ ਦੁਨੀਆ ਦੇ ਵਿੱਚ। ਔਰਤਾਂ ਨੂੰ ਬਰਾਬਰ ਦਾ ਦਰਜਾ ਗੁਰੂ ਸਾਹਿਬ ਨੇ ਗੁਰਬਾਣੀ ਦੇ ਰਾਹੀਂ ਅਤੇ ਹੋਰ ਹਰ ਕਾਰਜ ਦੇ ਰਾਹੀਂ ਬਰਾਬਰ ਦਾ ਦਰਜਾ ਦਿੱਤਾ ਹੈ। ਪਰ ਦੂਜੀ ਗੱਲ ਮੈਂ ਨਾਲ ਇਹ ਵੀ ਦੱਸ ਦਿਆਂ, ਕਿਸੇ ਵੀ ਮਾਈ ਤੇ ਭੈਣ ਤੇ ਨੂੰਹ ਤੇ ਬੇਟੀ ਤੇ ਧੱਕਾ ਨਹੀਂ ਕਰਨਾ। ਇਹ ਨਹੀਂ ਕਹਿਣਾ ਕਿ ਤੂੰ ਇਹ ਚੀਜ਼ ਪਾਉਣੀ ਹੈ ਤੇ ਇਹ ਨਹੀਂ ਪਾਉਣੀ, ਕਿਉਂਕਿ ਸਖਤੀ ਹੈ ਜਿਹੜੀ ਉਹ ਨੁਕਸਾਨ ਬਹੁਤ ਕਰਦੀ ਹੈ। ਔਰਤਾਂ ਦੇ ਮਨਾਂ 'ਚ ਸ਼ਿੰਗਾਰ ਕਰਨ ਦੀ ਆਦਮੀਆਂ ਨਾਲੋਂ ਕੁਝ ਵੱਧ ਇੱਛਾ ਹੁੰਦੀ ਹੈ, ਚਾਹਨਾ ਹੁੰਦੀ ਹੈ ਤੇ ਉਹਨਾਂ ਨੂੰ ਬਣ ਠਣ ਕੇ ਰਹਿਣ ਦਾ ਸ਼ੌਂਕ ਹੁੰਦਾ ਹੈ। ਇਹਨਾਂ ਗੱਲਾਂ ਨੂੰ ਸਖਤੀ ਨਾਲ ਨਾ ਰੋਕਿਆ ਜਾਵੇ, ਪ੍ਰੇਰਨਾ ਪਿਆਰ ਭਰੇ ਢੰਗ ਨਾਲ ਕੀਤੀ ਜਾਵੇ। ਤੁਸੀਂ ਆਪ ਹੀ ਵੇਖ ਲਓ, ਜਦੋਂ ਬੀਬੀਆਂ ਭੈਣਾਂ ਪੜ੍ਹਨ ਲੱਗ ਪਈਆਂ, ਵੱਡੇ ਅਹੁਦਿਆਂ ਤੇ ਲੱਗ ਗਈਆਂ, ਵਪਾਰ 'ਚ ਆ ਗਈਆਂ, ਦੁਨੀਆ ਦੇ ਵਿੱਚ ਉਹਨਾਂ ਨੂੰ ਹਰ ਥਾਂ ਤੇ ਜਾਣ ਦੀ ਇਜਾਜ਼ਤ ਹੈ, ਤਾਂ ਇਹ ਗਹਿਣੇ ਗੱਟੇ ਆਪਣੇ ਆਪ ਖਤਮ ਹੋ ਜਾਣਗੇ ਤੇ ਬਹੁਤ ਹੱਦ ਤੱਕ ਖਤਮ ਹੋ ਚੁੱਕੇ ਹੋਏ ਨੇ। ਪੇਂਡੂ ਔਰਤਾਂ ਦੇ ਨੱਕ ਵਿੱਚ ਕਿਤੇ ਕਿਤੇ ਸਾਨੂੰ ਕੋਈ ਕੋਕਾ ਵਗੈਰਾ ਨੱਥ ਆਦਿਕ ਮਿਲ ਜਾਂਦੀ ਹੈ, ਨਹੀਂ ਤੇ ਅੱਜ ਇਹ ਨੱਕ ਵਾਲਾ ਜਿਹੜਾ ਗਹਿਣਾ ਹੈ ਇਹ ਲਗਭਗ ਖਤਮ ਹੋ ਚੁੱਕਿਆ ਹੋਇਆ। ਕੰਨਾਂ ਵਾਲੇ ਵੀ ਘਟਦੇ ਜਾ ਰਹੇ ਨੇ। ਜਿਹੜੇ ਬਾਕੀ ਹੱਥਾਂ 'ਚ ਜਾਂ ਗਲੇ 'ਚ, ਇਹ ਵੀ ਵਿਆਹ ਸ਼ਾਦੀ ਦੇ ਟਾਈਮ ਤੇ ਤਾਂ ਤਕਰੀਬਨ ਲੜਕੀਆਂ ਪਹਿਨ ਲੈਂਦੀਆਂ ਨੇ, ਬਾਅਦ ਦੇ ਵਿੱਚ ਇਹਨਾਂ ਦਾ ਹੌਲੀ ਹੌਲੀ ਮਨ ਦੇ ਵਿੱਚੋਂ ਜਿਹੜਾ ਚਾਅ ਹੈ ਉਹ ਖਤਮ ਹੋ ਜਾਂਦਾ ਹੈ। ਤੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਵਿਆਹ ਸ਼ਾਦੀਆਂ ਦੇ ਟਾਈਮ ਤੇ ਨੌਜਵਾਨ ਵੀ ਕੁਝ ਨਾ ਕੁਝ ਹਾਰ ਸ਼ਿੰਗਾਰ ਮੁੰਡੇ ਕਰ ਲੈਂਦੇ ਨੇ ਤੇ ਮੈਂ ਖੁਦ ਉਹਨਾਂ ਗੱਲਾਂ ਦੇ ਵਿੱਚ ਸਹਿਮਤ ਸੀ। ਅਸੀਂ ਖੁਦ ਇਹਨਾਂ ਗੱਲਾਂ ਦੀ ਸਖਤੀ ਦੇ ਨਾਲ ਵਿਆਹਾਂ ਸ਼ਾਦੀਆਂ 'ਚ ਪਾਲਣਾ ਕਰਵਾਉਂਦੇ ਰਹੇ ਹਾਂ, ਪਰ ਸਮੇਂ ਦੇ ਫੇਰ ਨਾਲ ਹੌਲੀ ਹੌਲੀ ਸਮਝ ਆਈ ਹੈ ਕਿ ਇਹ ਸਖਤੀ ਨਾਲ ਨਹੀਂ, ਪਿਆਰ ਭਰੇ ਢੰਗ ਦੇ ਨਾਲ ਇੱਕ ਤਾਂ ਸਮਝਾਇਆ ਜਾਵੇ, ਦੂਜਾ ਲੜਕੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਦਿੱਤੀ ਜਾਵੇ। ਉਹਨਾਂ ਨੂੰ ਗਹਿਣੇ ਗੱਟੇ ਦਾ ਆਪਣੇ ਆਪ ਹੀ ਸ਼ੌਂਕ ਨਹੀਂ ਰਹੇਗਾ, ਉਹਨਾਂ ਨੂੰ ਅਹਿਸਾਸ ਹੋ ਜਾਵੇਗਾ ਕਿ ਇਹ ਫਜ਼ੂਲ ਚੀਜ਼ਾਂ ਨੇ। ਸਾਡੇ ਤਾਂ ਇੰਨੀਆਂ ਪਾਬੰਦੀਆਂ ਨੇ, ਗਹਿਣੇ ਗੱਟੇ ਤੋਂ ਤਾਂ ਰੋਕਦੇ ਹਾਂ, ਅਸੀਂ ਤਾਂ ਕਹਿ ਦਿੰਦੇ ਹਾਂ ਲੜਕੀਆਂ ਨੂੰ ਕਿ ਪੈਂਟ ਨਹੀਂ ਪਾਉਣੀ, ਬੂਸ਼ਰਟ ਨਹੀਂ ਪਾਉਣੀ। ਤੇ ਇਹ ਵੀ ਯਾਦ ਰੱਖੀਏ, ਲੜਕੀਆਂ ਅੱਜ ਵੱਡੇ ਵੱਡੇ ਕਾਰੋਬਾਰਾਂ ਦੇ ਵਿੱਚ ਨੇ, ਪਾਇਲਟ ਤੱਕ ਉਹ ਬਣ ਚੁੱਕੀਆਂ ਹੋਈਆਂ ਨੇ। ਕਿ ਉੱਥੇ ਸਾੜੀ ਪਹਿਨ ਕੇ, ਚੁੰਨੀ ਲੈ ਕੇ ਜਾਂ ਸਲਵਾਰ ਕਮੀਜ਼ ਪਹਿਨ ਕੇ ਜਹਾਜ਼ ਚਲਾਇਆ ਜਾ ਸਕਦਾ ਹੈ, ਰੇਲ ਚਲਾਈ ਜਾ ਸਕਦੀ ਹੈ, ਬੱਸਾਂ ਦੀ ਡਿਊਟੀ ਚਲਾਉਣ ਦੀ ਕੀਤੀ ਜਾ ਸਕਦੀ ਹੈ। ਵਿਦੇਸ਼ਾਂ ਦੇ ਵਿੱਚ ਟਰੱਕ, ਬੱਸ, ਟੈਕਸੀ ਆਦਿਕ ਲੜਕੀਆਂ ਆਵੇਂ ਚਲਾਉਂਦੀਆਂ ਨੇ, ਪਰ ਉੱਥੇ ਪਹਿਰਾਵਾ ਉਹਦੇ ਅਨੁਸਾਰ ਕਰਨਾ ਪੈਂਦਾ ਹੈ ਜਿਹੜਾ ਸਾਡੇ ਵਾਸਤੇ ਕੰਮ 'ਚ ਅੜਿੱਕਾ ਨਾ ਬਣੇ, ਚੁਸਤ ਫੁਰਤ ਰਵੇ। ਤੇ ਉਹ ਲੜਕੀਆਂ ਜਿਹੜੀਆਂ ਅਜਿਹੇ ਕੰਮ ਕਰਦੀਆਂ ਨੇ, ਉਹਨਾਂ 'ਚੋਂ ਕੋਈ ਨੱਥਾ ਨਹੀਂ ਪਾਉਂਦੀਆਂ, ਕੋਈ ਕੰਨਾਂ 'ਚ ਕਾਂਟੇ ਨਹੀਂ ਪਾਉਂਦੀਆਂ, ਪੈਰਾਂ 'ਚ ਝਾਂਜਰਾਂ ਨਹੀਂ ਪਾਉਂਦੀਆਂ। ਜਦੋਂ ਅਸੀਂ ਉਹਨਾਂ ਨੂੰ ਪੜ੍ਹਾਵਾਂਗੇ, ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਤੌਰ ਤਰੀਕੇ ਸਮਝਾਵਾਂਗੇ, ਅੰਦਰ ਹਿੰਮਤ ਹੌਸਲਾ ਭਰਾਂਗੇ ਤੇ ਉਹ ਜਦੋਂ ਆਪ ਕਮਾਈ ਕਰਨ ਜੋਗੀਆਂ ਉਹਨਾਂ ਨੂੰ ਬਣਾ ਦੇਵਾਂਗੇ, ਤਾਂ ਆਹ ਗਹਿਣਾ ਗੱਟਾ, ਆਹ ਹਾਰ ਸ਼ਿੰਗਾਰ ਉਹ ਆਪਣੇ ਆਪ ਹੀ ਤਿਆਗ ਦੇਣਗੀਆਂ। ਉਹ ਤਾਂ ਘਰ ਦੇ ਵਿੱਚ ਜਦੋਂ ਹੋਰ ਕੋਈ ਕੰਮ ਹੀ ਨਹੀਂ ਹੈ, ਉਹਨਾਂ ਨੂੰ ਗੁਲਾਮਾਂ ਵਾਂਗੂ ਰੱਖਿਆ ਜਾਂਦਾ ਸੀ, ਤਾਂ ਉਹ ਸ਼ਿੰਗਾਰ ਕਰਨਾ, ਕੱਪੜੇ ਲੀੜੇ ਅਦਲ ਬਦਲ ਕਰ ਲੈਣੇ, ਬਸ ਇਹਨਾਂ ਛੋਟੇ ਛੋਟੇ ਕੰਮਾਂ ਤੱਕ ਉਲਝ ਕੇ ਰਹਿ ਗਈਆਂ ਸੀ। ਅੱਜ ਜ਼ਮਾਨਾ ਬਦਲ ਗਿਆ ਹੈ, ਸਖਤੀ ਕਿਤੇ ਵੀ ਨਹੀਂ ਕਰਨੀ, ਕੌੜੇ ਬਚਨ ਕਿਤੇ ਵੀ ਨਹੀਂ ਬੋਲਣੇ। ਤੇ ਇਹਨਾਂ ਗੱਲਾਂ ਨੂੰ ਸਮਝਣਾ ਆਪਾਂ ਕਿ ਉਹ ਵੀ ਸਾਡੀਆਂ ਭੈਣਾਂ ਨੇ, ਮਾਵਾਂ ਨੇ, ਧੀਆਂ ਨੇ, ਨੂੰਹਾਂ ਨੇ। ਪਿਆਰ ਭਰੇ ਢੰਗ ਦੇ ਨਾਲ ਜੇ ਕਦੀ ਮੌਕਾ ਬਣੇ, ਉਹਨਾਂ ਨੂੰ ਸਾਦਗੀ ਨਾਲ ਰਹਿਣ ਦਾ ਢੰਗ ਤਰੀਕਾ ਸਿਖਾਇਆ ਜਾਵੇ, ਸਮਝਾਇਆ ਜਾਵੇ ਕਿ ਤੁਹਾਡੇ ਇਸ ਤਰ੍ਹਾਂ ਦੇ ਗਲਤ ਜੋ ਸ਼ਿੰਗਾਰ ਹੈ, ਇਹਦੇ ਨਾਲ ਸਮਾਜ ਦੇ ਵਿੱਚ ਚੰਗਾ ਸੁਨੇਹਾ ਨਹੀਂ ਜਾਂਦਾ। ਤੁਸੀਂ ਸਾਰੇ ਸਮਾਜ ਦਾ ਨਮੂਨਾ ਬਣਨਾ ਹੈ। ਲੋਕੀ ਕਹਿਣ ਕਿ ਇਹ ਸਿੱਖ ਬੀਬੀ ਹੈ, ਦੇਖੋ ਕਿੰਨੇ ਸ਼ਾਨਦਾਰ ਢੰਗ ਨਾਲ ਵੱਡੇ ਅਹੁਦੇ ਤੇ ਵੀ ਲੱਗੀ ਹੈ, ਸਾਦਗੀ ਨਾਲ ਵੀ ਰਹਿੰਦੀ ਹੈ, ਇਮਾਨਦਾਰੀ ਦਾ ਜੀਵਨ ਬਤੀਤ ਕਰਦੀ ਹੈ, ਉੱਚੀ ਵਿੱਦਿਆ ਹਾਸਲ ਕੀਤੀ ਹੈ, ਪੈਰਾਂ ਤੇ ਖੜੇ ਹੋ ਕੇ ਆਪਣੇ ਸਮਾਜ ਨੂੰ ਅਤੇ ਪਰਿਵਾਰ ਨੂੰ ਬਹੁਤ ਸਾਰਾ ਫਾਇਦਾ ਵੀ ਕਰ ਰਹੀ ਹੈ, ਭਲਾ ਵੀ ਕਰ ਰਹੀ ਹੈ। ਤੋ ਇਹਨਾਂ ਗੱਲਾਂ ਦਾ ਸਾਰੀਆਂ ਦਾ ਧਿਆਨ ਰੱਖਣਾ ਹੈ। ਜਿਹੜੇ ਇਹ ਸ਼ਿੰਗਾਰ ਨੇ, ਇਹ ਵਿਖਾਵੇ ਵਾਸਤੇ ਛਿਨ ਮਾਤਰ ਹੁੰਦੇ ਨੇ। ਹੌਲੀ ਹੌਲੀ ਜਦੋਂ ਸਮਝ ਆ ਜਾਂਦੀ ਹੈ, ਇਹ ਸ਼ਿੰਗਾਰ ਆਪਣੇ ਆਪ ਹੀ ਵਿਸਰ ਜਾਂਦੇ ਨੇ ਤੇ ਗੁਣ ਇਹਨਾਂ ਚੀਜ਼ਾਂ ਤੇ ਹਾਵੀ ਹੋ ਜਾਂਦੇ ਨੇ। ਸਵਾਲ ਨੰਬਰ 113 ਭਾਈ ਹਰਪ੍ਰੀਤ ਸਿੰਘ ਕਾਤਰ ਦੋਹਾ ਤੋਂ ਦੂਜਾ ਸਵਾਲ ਪੁੱਛਦੇ ਨੇ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ, ਇਹਦੇ ਕੀ ਅਰਥ ਬਣਦੇ ਨੇ? ਇਸ ਦੇ ਹੁਣ ਤੱਕ ਦੇ ਜਿਹੜੇ ਅਰਥ ਨੇ ਉਹ ਦੋ ਤਰ੍ਹਾਂ ਦੇ ਪ੍ਰਚਲਿਤ ਨੇ। ਪ੍ਰੋਫੈਸਰ ਸਾਹਿਬ ਸਿੰਘ ਅਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਇਹਨਾਂ ਨੂੰ ਦੋ ਤਰੀਕਿਆਂ ਨਾਲ ਵਰਤਿਆ। ਸਾਹਿਬ ਸਿੰਘ ਨੇ ਇਹਨੂੰ ਸੌਚ ਮੈਨੇ ਇਸ਼ਨਾਨ ਤੋਂ ਭਾਵ ਲਿਆ, ਸੁਚਮ ਤੋਂ ਲਿਆ
ਕਿ ਸੁੱਚਮ ਰੱਖਣ ਦੇ ਨਾਲ ਕੁਝ ਵੀ ਨਹੀਂ ਬਣਨਾ, ਭਾਵ ਕਿ ਜਿਹੜੀ ਬ੍ਰਾਹਮਣੀ ਕਰਮ ਕਾਂਡ ਕਰਦਿਆਂ ਹੋਇਆਂ ਸੁੱਚਮ ਦਾ ਢੰਡੋਰਾ ਪਿੱਟਦੇ ਨੇ ਕਿ ਤੂੰ ਮੇਰੇ ਨਾਲ ਛੋਹ ਗਿਆ, ਮੈਨੂੰ ਟੱਚ ਕਰ ਦਿੱਤਾ, ਮੈਂ ਅਪਵਿੱਤਰ ਹੋ ਗਿਆ, ਜਾਂ ਕਿਸੇ ਨੀਵੀਂ ਜਾਤ ਦੇ ਇਨਸਾਨ ਦੀ ਛੋਹ ਮੈਨੂੰ ਲੱਗ ਗਈ, ਮੇਰਾ ਧਰਮ ਭ੍ਰਿਸ਼ਟ ਹੋ ਗਿਆ। ਇਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਦੱਸ ਰਹੇ ਨੇ ਕਿ ਤੂੰ ਲੱਖਾਂ ਵਾਰੀ ਤੀਰਥਾਂ 'ਤੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਸੁੱਚਾ ਬਣਾਉਣ ਦਾ ਭਰਮ ਪਾਲ ਲੈ, ਬੇਸ਼ੱਕ ਤੂੰ ਸੁੱਚਾ ਨਹੀਂ ਹੋ ਸਕੇਗਾ ਜੇ ਤੂੰ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ, ਝੂਠ, ਫਰੇਬ, ਠੱਗੀ, ਬੇਈਮਾਨੀ ਅਤੇ ਇਨਸਾਨਾਂ ਨੂੰ ਬਰਾਬਰ ਜਾਣਨਾ, ਜਿਹੜੇ ਹੋਰ ਅਨੇਕਾਂ ਗੁਣ ਨੇ, ਜੇ ਤੂੰ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਨਾ ਕੀਤਾ, ਤੇਰਾ ਤੀਰਥਾਂ 'ਤੇ ਨਹਾਉਣਾ ਬੇਕਾਰ ਹੈ, ਬੇਮੈਨੇ ਹੈ। ਅੱਜ ਵੀ ਸਾਡੇ ਸਿੱਖਾਂ ਦੇ ਵਿੱਚ ਬੇਅੰਤ ਅਜਿਹੇ ਡੇਰੇ, ਟਕਸਾਲਾਂ ਅਤੇ ਨਾਮ ਸਿਮਰਨ ਵਾਲੇ ਅਜਿਹੇ ਬੇਅੰਤ ਮਿਲਦੇ ਨੇ ਜਿਹੜੇ ਦੂਜੇ ਦਾ ਖਾਣਾ ਵੀ ਹੱਥ ਲੱਗਿਆ ਖਾਣ ਨੂੰ ਤਿਆਰ ਨਹੀਂ। ਅਤੇ ਮੈਂ ਉਹਨਾਂ ਨੂੰ ਸਵਾਲ ਬੇਅੰਤ ਵਾਰੀ ਕਰ ਚੁੱਕਿਆ, ਕੋਈ ਜਵਾਬ ਦੇਣ ਦੀ ਉਹਨਾਂ 'ਚ ਸਮਰੱਥਾ ਨਹੀਂ ਹੈ ਕਿ ਮੇਰਾ ਤੇ ਤੁਹਾਡੇ ਵਰਗਾ ਅੰਮ੍ਰਿਤ ਨਹੀਂ ਛਕਿਆ, ਮੇਰੇ ਹੱਥ ਲੱਗਣ ਦੇ ਨਾਲ ਖਾਣਾ ਜਾਂ ਕੋਈ ਹੋਰ ਚੀਜ਼ ਭ੍ਰਿਸ਼ਟ ਹੋ ਗਈ, ਅਪਵਿੱਤਰ ਹੋ ਗਈ। ਪਰ ਜਿਹੜਾ ਇਹ ਸਮਾਨ ਆਉਂਦਾ, ਤੁਸੀਂ ਇਹਨੂੰ ਖਾ ਪੀ ਰਹੇ ਹੋ, ਇਹ ਕਿਹਨਾਂ ਕੋਲੋਂ ਦੀ ਆਉਂਦਾ ਹੈ? ਕਿੱਥੋਂ ਕਿੱਥੋਂ, ਕਿਹਨਾਂ ਇਨਸਾਨਾਂ ਦੇ ਰਾਹੀਂ ਲੰਘ ਕੇ ਆਉਂਦਾ ਹੈ? ਜਿਹੜਾ ਤੁਸੀਂ ਦੁੱਧ ਪੀਂਦੇ ਹੋ, ਇਹ ਤਾਂ ਗਾਂ ਮੱਝ ਦੇ ਪੇਟ 'ਚੋਂ ਆਉਂਦਾ ਹੈ। ਜਿਹੜੀ ਤੁਸੀਂ ਹਵਾ 'ਚ ਸਾਹ ਲੈਂਦੇ ਹੋ, ਇਹ ਤਾਂ ਸਾਰੀ ਹਵਾ ਜੂਠੀ ਹੋ ਚੁੱਕੀ ਹੋਈ ਹੈ। ਅਤੇ ਇਸੇ ਤਰ੍ਹਾਂ ਸਾਰਾ ਵਾਤਾਵਰਣ ਪਲੀਤ ਹੋ ਚੁੱਕਿਆ ਹੋਇਆ ਹੈ। ਇਸੇ ਹਵਾ ਦੇ ਵਿੱਚ ਕੁੱਤੇ ਵੀ ਸਾਹ ਲੈਂਦੇ ਨੇ, ਸੂਰ ਵੀ ਸਾਹ ਲੈਂਦੇ ਨੇ, ਗਧੇ, ਘੋੜੇ, ਪਸ਼ੂ, ਪੰਛੀ, ਗਿੱਦੜ ਆਦਿਕ ਸਾਰੇ ਸਾਹ ਲੈਂਦੇ ਨੇ। ਅਤੇ ਜੂਠੇ ਸੁੱਚੇ ਜਿਹਨੂੰ ਤੁਸੀਂ ਮੰਨਦੇ ਹੋ, ਉੱਚੇ ਨੀਵੇਂ ਸਾਰੇ ਹੀ ਸਾਹ ਲੈਂਦੇ ਨੇ। ਹਵਾ ਤਾਂ ਸਾਰੀ ਜੂਠੀ ਹੋ ਗਈ ਹੈ, ਤੁਸੀਂ ਫਿਰ ਸਾਹ ਲੈਣਾ ਵੀ ਬੰਦ ਕਰ ਦਿਓ। ਇੱਕ ਤਾਂ ਹੈ ਇਹ ਅਰਥ ਕਿ ਸੁੱਚੇ ਹੋਣ ਦਾ ਢੌਂਗ ਕਰਨਾ। ਗੁਰੂ ਸਾਹਿਬ ਕਹਿ ਰਹੇ ਨੇ ਕਿ ਇਸ ਤਰ੍ਹਾਂ ਭਾਈ ਤੁਸੀਂ ਸੁੱਚੇ ਨਹੀਂ ਹੋ ਸਕਦੇ। ਪਰ ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਹੋਰ ਵੀ ਨਾਲ ਅਰਥ ਕੀਤੇ ਨੇ ਕਿ ਆਪਣੀ ਨਿੱਕੀ ਛੋਟੀ ਸੋਚ ਹੈ ਜਿਹੜੀ, ਉਸੇ ਦੇ ਪਿੱਛੇ ਰਹਿਣਾ ਅਤੇ ਆਪਣੇ ਗੁਰੂ ਦੀ, ਵਿਦਵਾਨ ਦੀ, ਗਿਆਨਵਾਨ ਦੀ ਸੰਗਤ ਨਾ ਕਰਨੀ, ਉਹਦੀ ਗੱਲ ਨਾ ਮੰਨਣੀ, ਇਹ ਤੁਹਾਡਾ ਕੋਈ ਭਲਾ ਨਹੀਂ ਕਰੇਗੀ। ਤੁਸੀਂ ਸੋਚੀ ਜਾਓ ਬੈਠੇ ਅੰਦਰ ਕਿ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਮਹਾਨ ਹਾਂ। ਤੁਹਾਡੇ ਸੋਚਣ ਨਾਲ ਕੁਝ ਵੀ ਨਹੀਂ ਹੋਣਾ, ਕਿਉਂਕਿ ਤੁਹਾਡੀ ਅਕਲ ਦਾ ਦਾਇਰਾ ਬਹੁਤ ਛੋਟਾ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਸ਼ਬਦਾਰਥ ਪੋਥੀਆਂ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਕਮੇਟੀ ਵੱਲੋਂ ਛਪੀਆਂ ਹੋਈਆਂ ਨੇ, ਉਹਦੇ ਵਿੱਚ ਇਹ ਵੀ ਅਰਥ ਕੀਤੇ ਨੇ। ਇਹ ਵੀ ਕੋਈ ਗਲਤ ਨਹੀਂ ਹੈਗੇ। ਭਾਵਨਾ ਹੈ ਕਿ ਅਸੀਂ ਅੱਗੇ ਵਧਣਾ ਹੈ, ਵਿਕਾਰਾਂ ਨੂੰ ਖਤਮ ਕਰਨਾ ਹੈ। ਕੋਈ ਤਾਂ ਸੁੱਚਮ ਦੇ ਚੱਕਰ 'ਚ ਪੈ ਗਿਆ, ਕੋਈ ਸਮਾਧੀਆਂ ਲਾ ਕੇ, ਚੌਂਕੜਾ ਮਾਰ ਕੇ ਉਹ ਕਹਿੰਦੇ ਨੇ ਸਾਡੇ ਅੰਦਰ ਅਨਹਦ ਨਾਦ ਵੱਜਦੇ ਨੇ, ਅਸੀਂ ਆਪਣੀ ਸੋਚ ਮੰਡਲ ਨੂੰ ਉੱਚੇ ਕਰ ਰਹੇ ਹਾਂ, ਅਸੀਂ ਆਨੰਦ ਅਵਸਥਾ 'ਚ ਪਹੁੰਚ ਗਏ ਹਾਂ। ਇਹ ਵੀ ਫਰੇਬ ਹੈ, ਝੂਠ ਹੈ। ਤੁਹਾਨੂੰ ਵਿੱਦਿਆ ਹਾਸਲ ਕਰਨੀ ਪਵੇਗੀ। ਵਿੱਦਿਆ ਹਾਸਲ ਕਰਕੇ ਲੋਕ ਕਲਿਆਣ ਦੇ ਕਾਰਜ ਕਰਨੇ ਪੈਣਗੇ। ਆਪਣੇ ਆਪ ਨੂੰ ਪੈਰਾਂ 'ਤੇ ਖੜਾ ਕਰਨਾ ਪਵੇਗਾ। ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ ਕਿਸੇ ਰਾਹ ਪਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਪਵੇਗਾ। ਅਤੇ ਇੱਥੇ ਸਾਰੀ ਪੌੜੀ ਹੈ ਜਿਹੜੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਲੱਖਾਂ ਵਾਰੀ ਵੀ ਤੁਸੀਂ ਸੁੱਚੇ ਹੋਣ ਦਾ ਢੌਂਗ ਕਰੋ, ਆਪਣੀ ਸੋਚ ਨਾਲ ਜਿੰਨੇ ਮਰਜ਼ੀ ਤੁਸੀਂ ਕੰਮ ਕਰੋ, ਤੁਹਾਨੂੰ ਵਿਕਸਿਤ ਹੋਏ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੋਵੇਗੀ। ਤੁਸੀਂ ਵਿਕਾਰਾਂ ਨੂੰ ਤੀਰਥਾਂ 'ਤੇ ਨਹਾ ਕੇ ਅੰਦਰੋਂ ਨਹੀਂ ਕੱਢ ਸਕੋਗੇ। ਇਹਦੇ ਵਾਸਤੇ ਤੁਹਾਨੂੰ ਵਿਕਾਰ ਛੱਡਣੇ ਪੈਣਗੇ, ਤਿਆਗਣੇ ਪੈਣਗੇ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਬਹੁਤ ਸਾਰੇ ਸਾਧ ਸੰਤ ਆਦਿਕ ਮੌਨ ਧਾਰੀ ਹੋ ਜਾਂਦੇ ਸਨ ਅਤੇ ਅਸੀਂ ਤਾਂ ਜੀ ਬੋਲਦੇ ਹੀ ਨਹੀਂ। ਅਤੇ ਪਰ ਅੰਦਰ ਤਾਂ ਉਹਨਾਂ ਦੇ ਚੱਲ ਰਹੀ ਹੈ, ਜੋ ਉਹਨਾਂ ਦੇ ਮਨ ਦੀ ਅਵਸਥਾ ਹੈ। ਕਦੀ ਉਤਰਾਅ ਚੜ੍ਹਾਅ ਤਰ੍ਹਾਂ ਤਰ੍ਹਾਂ ਦੇ ਆਉਂਦੇ ਨੇ, ਜੋ ਉਹਨਾਂ ਦੇ ਨਾਲ ਪਹਿਲਾਂ ਵਾਪਰੀਆਂ ਬੀਤੀਆਂ ਨੇ ਉਹ ਵੀ ਅਸਰ ਕਰਦੀਆਂ ਨੇ। ਅੰਦਰੇ ਅੰਦਰ ਗੁੱਸਾ ਵੀ ਹੈ, ਖੁਸ਼ੀ ਵੀ ਹੈ, ਬਹੁਤ ਕੁਝ ਵਾਪਰਦਾ। ਭਾਵੇਂ ਮਨੁੱਖ ਬਾਹਰੋਂ ਵੇਖਣ ਨੂੰ ਚੁੱਪ ਹੈ, ਪਰ ਅੰਦਰੋਂ ਉਹ ਚੁੱਪ ਨਹੀਂ ਹੈ। ਭਾਵੇਂ ਲਿਵ ਜੋੜਨ ਦਾ ਉਹ ਢੌਂਗ ਤਾਂ ਕਰਦਾ, ਪਰ ਉਹਦੀ ਲਿਵ ਜੁੜੀ ਕਿਤੇ ਨਹੀਂ ਹੈ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਭੁੱਖਾ ਇਨਸਾਨ ਜਿਹੜਾ ਮਾਨਸਿਕ ਤੌਰ 'ਤੇ ਭੁੱਖਾ ਹੈ, ਭਾਵ ਕਿ ਉਹ ਲਾਲਚੀ ਹੈ ਅਤੇ ਦੂਜਿਆਂ ਦਾ ਧਨ ਪਦਾਰਥ ਹੱਕ ਹੜਪਣਾ ਚਾਹੁੰਦਾ ਹੈ ਅਤੇ ਉਹ ਅਨੇਕਾਂ ਤਰੀਕੇ ਵਰਤਦਾ, ਧੋਖੇ ਦਿੰਦਾ। ਉਸ ਭੁੱਖੇ ਇਨਸਾਨ ਨੂੰ ਭਾਵੇਂ ਜਿੰਨਾ ਮਰਜ਼ੀ ਪੈਸਾ ਆਦਿਕ ਮਿਲ ਜਾਵੇ, ਉਹਦੀ ਭੁੱਖ ਕਦੇ ਤ੍ਰਿਪਤ ਨਹੀਂ ਹੁੰਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਨੁੱਖ ਦੀਆਂ ਚਤਰਾਈਆਂ ਜਿਹੜੀਆਂ ਆਪਣੀਆਂ ਮੰਨੀਆਂ ਹੋਈਆਂ ਸਿਆਣਪਾਂ ਨੇ,
ਭਾਵ ਕਿ ਅਕਲ ਹੈ ਤੇ ਨਹੀਂ। ਉਹ ਅਕਲ ਤਾਂ ਸੱਚੀ ਮੁੱਚੀ ਅਕਲ ਹੁੰਦੀ ਹੈ ਜਿਹੜੀ ਦੂਜਿਆਂ ਦਾ ਭਲਾ ਕਰੇ, ਖੁਦਗਰਜੀ ਛੁਪੀ ਨਾ ਹੋਵੇ। ਪਰ ਜਿਹੜੀ ਅਕਲ ਹੈ ਉਹਨੂੰ ਚਤਰਾਈ ਵੀ ਕਈ ਕਹਿੰਦੇ ਨੇ, ਜਿਹੜੀ ਆਪਣੇ ਖੁਦਗਰਜੀ ਵਾਸਤੇ ਵਰਤੀ ਜਾਂਦੀ ਹੈ। ਚਤਰਾਈਆਂ ਨਾ ਕਰੀਏ, ਇਹ ਚਤਰਾਈਆਂ ਬਹੁਤ ਨੁਕਸਾਨ ਕਰਦੀਆਂ ਨੇ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਹ ਤੁਹਾਡੇ ਨਾਲ ਤੁਹਾਡੀਆਂ ਚਤਰਾਈਆਂ ਨਹੀਂ ਨਿਭਣੀਆਂ, ਤੁਹਾਨੂੰ ਸਿਆਣੇ ਇਨਸਾਨ ਬਣਨਾ ਪਵੇਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰੇ ਕਿਵੇਂ ਬਣੀਏ, ਨੇਕ ਇਨਸਾਨ ਕਿਵੇਂ ਬਣੀਏ। ਇਹ ਜਿਹੜਾ ਸਾਡੇ ਵਿਚਕਾਰ ਅੱਗੇ ਸਾਨੂੰ ਭਵਿੱਖ ਦੀ ਰੂਪ ਰੇਖਾ ਉਲੀਕਣ ਜੜਿੱਕਾ ਬਣਦੀ ਹੈ, ਇਸ ਕੰਧ ਨੂੰ ਕਿਵੇਂ ਤੋੜੀਏ, ਗਿਆਨਵਾਨ ਕਿਵੇਂ ਬਣੀਏ। ਕਿਵੇਂ ਕੂੜਾ ਟੁੱਟੈ ਪਾਲ, ਇਹ ਕੂੜ ਦੀ ਕੰਧ ਕਿਵੇਂ ਟੁੱਟੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਪ੍ਰਭੂ ਪਰਮਾਤਮਾ ਦੇ ਨਿਯਮ ਨੂੰ, ਹੁਕਮ ਨੂੰ, ਉਹਨੂੰ ਸਮਝੀਏ ਕਿ ਅਸੀਂ ਇੱਥੇ ਕਿਵੇਂ ਰਹਿਣਾ, ਕਿਵੇਂ ਜਿਉਣਾ, ਕਿਵੇਂ ਕੁਦਰਤ ਦੇ ਨਿਯਮਾਂ ਨੂੰ ਆਪਣੇ 'ਤੇ ਲਾਗੂ ਕਰਨਾ, ਕਿਵੇਂ ਇਹਨਾਂ ਦੀ ਵਰਤੋਂ ਕਰਨੀ ਹੈ, ਕਿਵੇਂ ਸਮਾਜ ਦਾ ਭਲਾ ਕਰਨਾ। ਤਾਂ ਹੀ ਅਸੀਂ ਸੁਖੀ ਰਹਿ ਸਕਦੇ ਹਾਂ, ਜੇ ਕਿਤੇ ਅਸੀਂ ਇਹਨਾਂ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਾਂਗੇ। ਸਵਾਲ ਨੰਬਰ 115 ਭਾਈ ਕੁਲਵਿੰਦਰ ਸਿੰਘ ਸਿਰਸਾ ਤੋਂ ਪੁੱਛਦੇ ਨੇ, ਸੰਜੋਗ ਵਿਜੋਗ ਦੋਇ ਕਾਰ ਚਲਾਵਾਂ ਦੇ ਕੀ ਅਰਥ ਹਨ। ਇਹ ਇੱਕ ਜਪਜੀ ਸਾਹਿਬ ਦੀ ਪੌੜੀ ਹੈ। 29ਵੀਂ ਪੌੜੀ ਦੇ ਵਿੱਚ ਇਹ ਸਾਰੀ ਵਿਸਥਾਰ ਸਹਿਤ ਗੁਰੂ ਨਾਨਕ ਸਾਹਿਬ ਨੇ ਚਰਚਾ ਕੀਤੀ ਹੈ। ਇਹ ਜਿਹੜੀਆਂ 4 ਪੌੜੀਆਂ ਨੇ ਇੱਥੇ 28, 29, 30, ਇਹ 4 ਪੌੜੀਆਂ ਜੋਗੀਆਂ ਦੇ ਪਰਥਾਏ ਉਚਾਰਨ ਕੀਤੀਆਂ ਨੇ। ਅਤੇ ਜਿਹੜੇ ਜੋਗੀ ਆਪਣੀਆਂ ਮਾਨਤਾਵਾਂ 'ਤੇ ਲੋਕਾਂ ਨੂੰ ਧੋਖਾ ਦਿੰਦੇ ਸਨ ਅਤੇ ਆਪ ਵਿਹਲੜ ਰਹਿ ਕੇ ਲੁੱਟ ਕੇ ਖਾਂਦੇ ਸਨ, ਕੰਮ ਕੋਈ ਨਹੀਂ ਕਰਨਾ, ਤਿਆਗ ਦਾ ਢੋਂਗ ਕਰਨਾ, ਸਮਾਜ ਭਾਵੇਂ ਨਿੱਘਰ ਜਾਵੇ, ਭਾਵੇਂ ਗੁਲਾਮ ਬਣ ਜਾਵੇ, ਉਹਨਾਂ ਨੇ ਆਪਣੀਆਂ ਮਨੌਤਾਂ ਰਵਾਇਤਾਂ ਨਹੀਂ ਛੱਡਣੀਆਂ ਅਤੇ ਲੋਕਾਂ 'ਤੇ ਵਾਧੂ ਭਾਰ ਇਹ ਪਾਉਣਾ ਕਿ ਅਸੀਂ ਤਾਂ ਬੜੇ ਧਰਮੀ ਹਾਂ, ਤੁਸੀਂ ਕਮੀਣੇ ਹੋ, ਨੀਚ ਹੋ, ਅਸੀਂ ਬੜੇ ਮਹਾਨ ਹਾਂ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਲਾਹਣਤਾਂ ਪਾਈਆਂ ਨੇ, ਸਮਝਾਉਣ ਦਾ ਯਤਨ ਕੀਤਾ ਹੈ। ਜਿਵੇਂ ਜੰਝੂ ਵਾਲਾ ਮਸਲਾ ਹੈ, ਉੱਥੇ ਵੀ ਗੁਰੂ ਸਾਹਿਬ ਨੇ ਆਖਿਆ ਕਿ ਜੇ ਤੁਸੀਂ ਜੰਝੂ ਪਾਉਣ ਲੱਗੇ ਹੋ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਉਹ ਭਲਿਆ ਲੋਕਾ ਦਇਆਵਾਨ ਬਣ, ਤੂੰ ਪਰਉਪਕਾਰੀ ਬਣ, ਨੇਕ ਕੰਮ ਕਰ। ਇਹ ਗੁਣਾਂ ਦਾ ਜਨੇਊ ਤੂੰ ਪਾਉਣਾ ਸੀ, ਉਹ ਤੇ ਪਾਇਆ ਨਹੀਂ। ਆਹ ਧਾਗਾ ਆਪਣੇ ਗਲ ਦੇ ਵਿੱਚ ਤੂੰ ਪਹਿਨ ਲਿਆ, ਇਹਦਾ ਕੀ ਫਾਇਦਾ ਹੋਇਆ। ਇਹ ਤੇ ਲੋਕਾਂ 'ਤੇ ਕੇਵਲ ਧੌਂਸ ਜਮਾਉਣ ਨੂੰ ਹੈ ਕਿ ਮੈਂ ਤੁਹਾਡੇ ਨਾਲੋਂ ਉੱਚਾ ਹਾਂ, ਤੁਸੀਂ ਬਹੁਤ ਨੀਵੇਂ ਹੋ। ਗੁਰੂ ਸਾਹਿਬ ਤਾਂ ਅੱਗੇ ਜਾ ਕੇ ਸਗੋਂ ਇਹ ਕਹਿੰਦੇ ਨੇ, ਤੇਰੇ ਤਾਂ ਜ਼ਬਾਨ ਦੇ ਉੱਤੇ ਜੰਝੂ ਨਹੀਂ ਹੈ, ਤੇਰੇ ਆਪਣੇ ਗਿਆਨ ਇੰਦਰੀਆਂ 'ਤੇ ਕੰਟਰੋਲ ਨਹੀਂ ਹੈ, ਹੱਥਾਂ 'ਤੇ ਪੈਰਾਂ 'ਤੇ ਅੱਖਾਂ 'ਤੇ ਨੱਕ ਕੰਨ 'ਤੇ ਤੇਰੇ ਕੰਟਰੋਲ ਨਹੀਂ ਹੈ। ਤੱਗ ਨਾ ਇੰਦਰੀ ਤੱਗ ਨਾ ਨਾੜੀ, ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ ਤੱਗ ਨਾ ਹੱਥੀਂ, ਤੱਗ ਨਾ ਜੀਵਾ ਤੱਗ ਨਾ ਅੱਖੀਂ, ਬੇਧੱਗਾ ਆਪੇ ਵੱਤੈ ਬਟ ਧਾਗੇ ਅਵਰਾ ਘੱਤੈ। ਉਹ ਭਲਿਆ ਮਾਨਸਾ, ਤੂੰ ਲੋਕਾਂ ਨੂੰ ਵੀ ਧਾਗੇ ਪਵਾਈ ਜਾਂਦਾ ਅਤੇ ਆਪ ਵੀ ਪਾਈ ਜਾਂਦਾ। ਇਹਨਾਂ ਧਾਗਿਆਂ ਨੇ ਸਮਾਰਿਆ ਕੁਝ ਨਹੀਂ ਹੈ। ਤੁਸੀਂ ਆਪਣੇ ਗਲਤ ਹੱਥਾਂ ਨੂੰ ਗਲਤ ਕੰਮ ਕਰਨ ਤੋਂ ਰੋਕੋ, ਪੈਰਾਂ ਨੂੰ ਗਲਤ ਪਾਸੇ ਜਾਣ ਤੋਂ ਰੋਕੋ, ਜੀਭ 'ਤੇ ਕੰਟਰੋਲ ਕਰੋ, ਅੱਖਾਂ 'ਤੇ ਕੰਟਰੋਲ ਕਰੋ, ਦਿਮਾਗ ਨੂੰ ਕਾਬੂ ਵਿੱਚ ਰੱਖੋ, ਬੁਰਾ ਕੰਮ ਕੋਈ ਨਾ ਕਰੋ। ਗੱਲ ਤਾਂ ਇਹ ਸੀ। ਜਿਵੇਂ ਇੱਥੇ ਬ੍ਰਾਹਮਣ ਨੂੰ ਸਮਝਾਇਆ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਜਾ ਕੇ ਫਿਰ ਭੁਗਤ ਗਿਆਨ ਦਇਆ ਭੰਡਾਰਨ। ਗੁਰੂ ਸਾਹਿਬ ਕਹਿੰਦੇ ਨੇ, ਭੁਗਤ ਮੈਨੇ ਖਾਣਾ। ਹੇ ਜੋਗੀ, ਜਿਹੜੇ ਤੂੰ ਖਾਣਾ ਖਾਣ ਦੀਆਂ ਗੱਲਾਂ ਕਰਦਾ, ਤਰ੍ਹਾਂ ਤਰ੍ਹਾਂ ਦੀਆਂ ਚੂਰੀਆਂ ਕੁੱਟ ਕੇ ਲੋਕਾਂ ਤੋਂ ਦਾਨ ਦੇ ਵਿੱਚ ਲੈਣਾ ਅਤੇ ਪੇਟ ਪੂਰਤੀ ਕਰਦਾ, ਤੈਨੂੰ ਦਇਆਵਾਨ ਬਣਨਾ ਚਾਹੀਦਾ ਸੀ। ਤੇਰਾ ਦਇਆਵਾਨ ਖਾਣਾ ਹੋਣਾ ਚਾਹੀਦਾ ਸੀ, ਭਾਵ ਕਿ ਤੂੰ ਦਇਆ ਦਾ ਧਾਰਨੀ ਹੁੰਦਾ। ਭੁਗਤ ਗਿਆਨ ਦਇਆ ਭੰਡਾਰਨ, ਤੂੰ ਗਿਆਨਵਾਨ ਹੋਣਾ ਚਾਹੀਦਾ ਸੀ, ਦਇਆਵਾਨ ਹੋਣਾ ਚਾਹੀਦਾ ਸੀ। ਜਿਹੜੀਆਂ ਤੂੰ ਸਿੰਗੀਆਂ ਬਾਹਰ ਵਜਾਉਂਦਾ ਫਿਰਦਾ, ਤੇਰੇ ਅੰਦਰ ਗਿਆਨ ਦੀਆਂ ਸਿੰਗੀਆਂ ਵੱਜਣੀਆਂ ਚਾਹੀਦੀਆਂ ਸੀ, ਭਾਵ ਕਿ ਤੇਰੇ ਅੰਦਰ ਉਹ ਆਵਾਜ਼ਾਂ ਆਉਂਦੀਆਂ ਕਿ ਮੈਂ ਸਮਾਜ ਦਾ ਭਲਾ ਕਰਨਾ ਹੈ, ਮੈਂ ਨੇਕ ਇਨਸਾਨ ਬਣਨਾ ਹੈ, ਮੈਂ ਬੁਰਾਈ ਕੋਈ ਨਹੀਂ ਕਰਨੀ। ਸੰਜੋਗ ਵਿਜੋਗ ਦੋਇ ਕਾਰ ਚਲਾਵੈਂ। ਉਹ ਭਾਈ, ਇਹ ਮੇਲ ਅਤੇ ਵਿਛੋੜਾ, ਜੰਮਣਾ ਅਤੇ ਮਰਨਾ, ਵਿਨਸਣਾ ਅਤੇ ਪੈਦਾ ਹੋਣਾ, ਇੱਕ ਨਿਯਮ ਚੱਲ ਰਿਹਾ ਹੈ। ਇਸ ਨਿਯਮ ਨੂੰ ਸਮਝ। ਤੇਰੇ ਜੋਗੀ ਬਣਨ ਨਾਲ ਤੈਨੂੰ ਕੋਈ ਵੀ ਸਮਝ ਨਹੀਂ ਆਈ, ਤੂੰ ਅਕਲਬੰਦ ਨਹੀਂ ਬਣਿਆ, ਤੂੰ ਤੇ ਲੋਕਾਂ ਨੂੰ ਕੁਰਾਹੇ ਪਾ ਰਿਹਾ। ਇਹ ਸੰਜੋਗ ਵਿਜੋਗ ਹੈ, ਜੀਵਾਂ ਦਾ ਅਤੇ ਸੈੱਲਾਂ ਦਾ, ਕੁਦਰਤ ਦੇ ਨਿਯਮਾਂ ਦਾ ਟੁੱਟ ਜਾਣਾ ਅਤੇ ਬਣ ਜਾਣਾ। ਜਦੋਂ ਕੋਈ ਸਰੀਰ
ਕੋਈ ਰੁੱਖ ਬਿਰਖ ਆਦਿਕ ਜੀਵ ਜੰਤੂ ਪਸ਼ੂ ਪੰਛੀ ਇਨਸਾਨ ਬਣਦਾ ਹੈ ਤਾਂ ਇਹ ਸੈੱਲਾਂ ਦਾ ਸੰਗ੍ਰਹਿ ਹੁੰਦਾ ਹੈ, ਇੱਕ ਤਰਤੀਬ ਦੇ ਵਿੱਚ ਆ ਜਾਂਦਾ ਹੈ, ਜਿਹਨੂੰ ਅਸੀਂ ਮੌਤ ਕਹਿੰਦੇ ਹਾਂ। ਇਹ ਸੈੱਲਾਂ ਦਾ ਸੰਗ੍ਰਹਿ ਟੁੱਟ ਜਾਂਦਾ ਹੈ ਤੇ ਇਹ ਮਾਟੀ ਹੋਈ ਏਕ ਵਾਲੀ ਗੱਲ ਹੋ ਜਾਂਦੀ ਹੈ। ਮਿੱਟੀ 'ਚ ਮਿੱਟੀ, ਪਾਣੀ 'ਚ ਪਾਣੀ, ਉਹ ਵਾਪਸ ਸਮਾ ਜਾਂਦਾ ਹੈ। ਮਰਿਆ ਕੁਝ ਨਹੀਂ, ਕੇਵਲ ਇਹਨਾਂ ਨੇ ਰੂਪ ਬਦਲਿਆ ਹੁੰਦਾ ਹੈ। ਗੁਰੂ ਸਾਹਿਬ ਕਹਿ ਰਹੇ ਨੇ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਮੈਂ ਉਸ ਨਿਰੰਕਾਰ ਪ੍ਰਭੂ ਨੂੰ ਨਮਸਕਾਰ ਕਰਦਾ ਹਾਂ, ਆਦੇਸ਼ ਕਰਦਾ ਹਾਂ, ਜਿਹੜਾ ਕਿ ਸਦਾ ਤੋਂ ਸਥਿਰ ਹੈ, ਜਿਹੜਾ ਕਿ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਕੰਟਰੋਲ ਕਰਦਾ ਹੈ, ਜਿਹਨੇ ਸਾਰੇ ਨਿਯਮ ਬਣਾਏ ਨੇ, ਜਿਹੜਾ ਜੁਗਾਂ ਜੁਗਾਤਰਾਂ ਤੋਂ ਇੱਕੋ ਵੇਸ ਦੇ ਵਿੱਚ ਹੈ, ਕੁਦਰਤ ਦੇ ਵਿੱਚ ਹੀ ਸਮਾਇਆ ਹੋਇਆ ਹੈ। ਮੇਰੀ ਉਹਨੂੰ ਨਮਸਕਾਰ ਹੈ। ਮੈਂ ਤੁਹਾਡੇ ਵਾਲੇ ਪਖੰਡ ਨਹੀਂ ਕਰਾਂਗਾ ਅਤੇ ਨਾ ਤੁਹਾਡੇ ਪਖੰਡ ਮੈਂ ਪ੍ਰਵਾਨ ਕਰਾਂਗਾ। ਮੈਂ ਇਹਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ। ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ 'ਤੇ ਲਿਆਉਣ ਵਾਸਤੇ, ਤਿਆਗੀ ਲੋਕਾਂ ਨੂੰ ਪਖੰਡ 'ਚੋਂ ਕੱਢਣ ਵਾਸਤੇ, ਉਹਨਾਂ ਨੂੰ ਇਹ ਬਹੁਤ ਉੱਤਮ ਦਰਜੇ ਦੀਆਂ 4 ਪੌੜੀਆਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਇੱਥੇ ਲਿਖੀਆਂ ਨੇ, ਅਤੇ ਇਹਨਾਂ ਨੂੰ ਪੜ੍ਹਨਾ ਅਤੇ ਸਮਝਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਜੇ ਗੁਰਬਾਣੀ ਨੂੰ ਪੜ੍ਹਾਂਗੇ ਤਾਂ ਇਹਨਾਂ ਨਿਯਮਾਂ ਦੀ ਸਾਨੂੰ ਸਮਝ ਆਵੇਗੀ। ਸਵਾਲ ਨੰਬਰ 116, ਭਾਈ ਜਸਮੇਲ ਸਿੰਘ ਧਨੌਲਾ ਪੁੱਛਦੇ ਨੇ, ਸੱਚ ਖੰਡ ਵਸੈ ਨਿਰੰਕਾਰ ਦੇ ਕੀ ਅਰਥ ਹਨ? ਗੁਰੂ ਪਿਆਰ ਵਾਲਿਓ, ਮੈਂ ਸਾਰੇ ਨੌਜਵਾਨਾਂ ਵੀਰਾਂ ਭੈਣਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਗੁਰਬਾਣੀ ਦੇ ਇੱਕ ਪੰਗਤੀ ਨੂੰ, ਇੱਕ ਲਾਈਨ ਨੂੰ ਲੈ ਕੇ ਅਰਥ ਕਦੇ ਵੀ ਸਪਸ਼ਟ ਨਹੀਂ ਹੋ ਸਕਣਗੇ। ਇਹ ਸਾਧਾਂ ਸੰਤਾਂ ਅਤੇ ਹੋਰ ਖੁਦਗਰਜ਼ ਲੋਕਾਂ ਨੇ ਗੁਰਬਾਣੀ ਨੂੰ ਆਪਣੀ ਮਨਮਰਜ਼ੀ ਨਾਲ ਵਰਤਣ ਵਾਸਤੇ ਇਹ ਤਰੀਕਾ ਲੱਭਿਆ। ਇੱਕ ਪੰਗਤੀ ਸੁਣਾ ਦੇਣਗੇ ਅਤੇ ਸੁਣਨ ਵਾਲਾ ਗੁਰਬਾਣੀ ਹੋਣ ਕਰਕੇ ਚੁੱਪ ਕਰ ਜਾਂਦਾ ਵੀ ਠੀਕ ਹੀ ਕਹਿੰਦਾ ਹੋਣਾ ਜਦੋਂ ਗੁਰਬਾਣੀ ਦਾ ਹਵਾਲਾ ਦਿੱਤਾ, ਕਿਉਂਕਿ ਸੁਣਨ ਵਾਲੇ ਨੂੰ ਵੀ ਉਸ ਪੰਗਤੀ ਦੇ ਅਰਥਾਂ ਦਾ ਅਸਲੀ ਪਤਾ ਨਹੀਂ ਹੈ। ਅਤੇ ਉਹਨੂੰ ਇਹ ਕਿਹਾ ਜਾਵੇ, ਤੁਸੀਂ ਖੁਦ ਵੀ ਇਹ ਕਰਨਾ ਹੈ, ਜਦੋਂ ਹਵਾਲਾ ਦਿਓ ਘੱਟੋ ਘੱਟ ਇੱਕ ਪੂਰਾ ਸ਼ਬਦ ਜਾਂ ਇੱਕ ਪੂਰੀ ਪੌੜੀ ਉਹ ਪੜ੍ਹਿਆ ਕਰੋ, ਅਤੇ ਫਿਰ ਉਹਦੇ ਕੋਈ ਕੇਂਦਰੀ ਭਾਵ ਵਾਲੇ ਸਹੀ ਅਰਥ ਨਿਕਲ ਸਕਣਗੇ, ਤੁਹਾਨੂੰ ਕਿਸੇ ਰਾਹ ਪਾ ਸਕਣਗੇ, ਤੁਸੀਂ ਦੂਜਿਆਂ ਨੂੰ ਸਹੀ ਸੁਨੇਹਾ ਦੇ ਸਕੋਗੇ। ਇੱਥੇ ਜਿਹੜਾ ਸੱਚਖੰਡ ਵਸੈ ਨਿਰੰਕਾਰ ਵਾਲੀ ਗੱਲ ਹੈ, ਇੱਥੇ ਵੀ ਇਹੋ ਹੀ ਗੱਲ ਹੈ। ਇਹ 37ਵੀਂ ਪੌੜੀ ਹੈ ਜਪਜੀ ਸਾਹਿਬ ਦੀ। ਇਹਨੂੰ ਸਾਰੀ ਨੂੰ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਕਰਮ ਖੰਡ ਕੀ ਬਾਣੀ ਜੋਰ। ਭਾਈ ਜਦੋਂ ਤੁਸੀਂ ਵਿਕਾਸ ਕਰਦੇ ਆਪਣਾ ਮਾਨਸਿਕ ਪੱਧਰ ਉੱਚਾ ਕਰ ਲਿਆ, ਫਿਰ ਤੁਸੀਂ ਕੰਮ ਕਰੋਗੇ, ਤੁਹਾਨੂੰ ਤਾਕਤ ਹੋਵੇਗੀ, ਤੁਹਾਡੇ ਕੋਲੇ ਆਪਣੀ ਪੂਰੀ ਤਾਕਤ ਦੇ ਨਾਲ ਤੁਸੀਂ ਹਰ ਕੰਮ ਨੇਪਰੇ ਚਾੜ੍ਹ ਸਕੋਗੇ। ਇਹ ਕੰਮ ਸਾਰੇ ਤੁਹਾਡੇ ਤਾਕਤ ਵਾਲੇ ਹੋਣਗੇ ਅਤੇ ਤੁਸੀਂ ਤਾਕਤ ਹਾਸਲ ਕਰ ਚੁੱਕੇ ਹੋਵੋਗੇ। ਤਿੱਥਾ ਹੋਰ ਨਾ ਕੋਈ ਹੋਰ, ਤੁਹਾਡੇ ਮੁਕਾਬਲੇ ਦਾ ਫਿਰ ਕੋਈ ਨਹੀਂ ਹੋਵੇਗਾ। ਜਿਸ ਅਵਸਥਾ 'ਚ ਤੁਸੀਂ ਪਹੁੰਚ ਗਏ, ਇਹ ਕਿਸੇ ਮੰਤਰ ਜਾਪ ਨਾਲ ਨਹੀਂ ਹੋਣਾ। ਲਗਾਤਾਰ ਦੀ ਵਿੱਦਿਆ ਅਤੇ ਲਗਾਤਾਰ ਦੀ ਮਿਹਨਤ, ਤੁਸੀਂ ਸਰੀਰਕ ਸ਼ਕਤੀ ਅਤੇ ਮਾਨਸਿਕ ਸ਼ਕਤੀ ਦੋਵਾਂ ਦੀ ਵਰਤੋਂ ਕਰਕੇ ਅੱਗੇ ਵੱਧ ਸਕਦੇ ਹੋ। ਤਿੱਥਾ ਹੋਰ ਨਾ ਕੋਈ ਹੋਰ, ਤੁਹਾਡੇ ਮੁਕਾਬਲੇ 'ਤੇ ਫਿਰ ਹੋਰ ਨਹੀਂ ਕੋਈ ਆ ਸਕੇਗਾ। ਤਿੱਥਾ ਜੋਧ ਮਹਾਬਲਸੂਰ। ਇਹੋ ਜਿਹੀ ਉੱਚੀ ਅਵਸਥਾ ਵਾਲਿਆਂ ਨੂੰ ਯੋਧੇ ਕਹਿੰਦੇ ਨੇ, ਮਹਾਬਲੀ ਕਹਿੰਦੇ ਨੇ, ਸੂਰਮੇ ਕਹਿੰਦੇ ਨੇ। ਤਿੰਨ ਮੈਂ ਰਾਮ ਰਹਿਆ ਭਰਪੂਰ। ਅਜਿਹੇ ਲੋਕਾਂ ਦੇ ਅੰਦਰ ਨਿਰੰਕਾਰ ਦੀ ਅਟੁੱਟ ਜੋਤ ਟਿਕੀ ਹੁੰਦੀ ਹੈ। ਉਹ ਆਪਣੇ ਇਹਨਾਂ ਗੁਣਾਂ ਨੂੰ ਵਰਤਣ ਦੀ ਤੌਰ ਤਰੀਕੇ ਸਮਝ ਲੈਂਦੇ ਨੇ, ਆਪਣੇ ਦਿਮਾਗੀ ਸਮਝ ਅਤੇ ਸਰੀਰ ਦੀ ਤਾਕਤ ਉਹਨੂੰ ਭਲੇ ਕੰਮਾਂ ਵਾਸਤੇ ਵਰਤਦੇ ਨੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਉਹ ਫਿਰ ਮਾਨੋ ਸੀਤੇ ਗਏ, ਜੁੜ ਗਏ ਉਸ ਕੁਦਰਤ ਦੇ ਨਿਯਮ ਨਾਲ ਜਿਸ ਦੇ ਨਾਲ ਉਹ ਅੱਗੇ ਵਧੇ ਨੇ। ਭਾਵ ਮਾਨਸਿਕ ਵਿਕਾਸ ਅਤੇ ਸਰੀਰਕ ਤਾਕਤ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਗਈ। ਉਹਨਾਂ ਨੇ ਆਪਣੇ ਦਿਲ ਦੇ ਵਿੱਚ ਇਹਨੂੰ ਸਲਾਈ ਕਰ ਲਿਆ, ਪੂਰੀ ਤਰ੍ਹਾਂ ਚਿਪਕਾ ਲਿਆ, ਯਾਦ ਕਰ ਲਿਆ ਕਿ ਤਾਕਤ ਅਤੇ ਅਕਲ ਇਹਦੇ ਤੋਂ ਬਿਨਾਂ ਅਸੀਂ ਅੱਗੇ ਨਹੀਂ ਵੱਧ ਸਕਾਂਗੇ, ਸਮਾਜ 'ਚ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਾਂਗੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ। ਜਿਨ੍ਹਾਂ ਨੇ ਇਹਨਾਂ ਨਿਯਮਾਂ ਨੂੰ ਸਮਝ ਲਿਆ, ਕੁਦਰਤ ਨਾਲ ਆਪਣੇ ਆਪ ਨੂੰ ਪੱਕਾ ਬੰਨ੍ਹ ਲਿਆ, ਅਤੇ ਫਿਰ ਉਹਨਾਂ ਦੀ ਮਹਿਮਾ ਵਡਿਆਈ ਇਹ ਕੀਤੀ ਨਹੀਂ ਜਾ ਸਕਦੀ। ਉਹ ਬਹੁਤ ਉੱਚੀ ਹਾਲਤ ਅਵਸਥਾ ਵਾਲੇ ਹੋ ਜਾਂਦੇ ਨੇ। ਨਾ ਉਹ ਮਰੈ ਨਾ ਠਾਗੇ ਜਾਹੇ। ਇਹ ਫਿਰ ਮਾਨਸਿਕ ਮੌਤ ਨਹੀਂ ਮਰਦੇ। ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਇਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਇਹਨਾਂ ਨੂੰ ਕੋਈ ਲੁੱਟ ਨਹੀਂ ਸਕਦਾ, ਇਹਨਾਂ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਜਿਨ ਕੈ ਰਾਮ ਵਸੈ ਮਨ ਮਾਹੇ।
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕੱਟ ਪਰਮਾਤਮਾ ਦੇ ਨਿਯਮ ਵਸ ਗਏ, ਜਿਹੜੇ ਸਦਾ ਯਾਦ ਰੱਖਦੇ ਨੇ ਕਿ ਮੈਂ ਕਿਹੋ ਜਿਹਾ ਇਨਸਾਨ ਬਣ ਕੇ ਰਹਿਣਾ ਹੈ। ਤਿੱਥੈ ਭਗਤ ਵਸੈ ਕੇ ਲੋ, ਅਜਿਹੀ ਅਵਸਥਾ ਇਹਨਾਂ ਉੱਚੇ ਜੀਵਨ ਵਾਲਿਆਂ ਨੂੰ ਭਗਤ ਕਹਿੰਦੇ ਨੇ। ਉੱਚੀ ਅਵਸਥਾ ਦੇ ਵਿੱਚ, ਉੱਚੇ ਲੋਕ 'ਚ ਇਹ ਜਿਉਂਦੇ ਨੇ, ਮਾਨਸਿਕ ਅਵਸਥਾ 'ਚ। ਕਰੈ ਆਨੰਦ ਸੱਚਾ ਮਨ ਸੋਏ, ਇਹ ਸਦਾ ਖੇੜੇ 'ਚ ਰਹਿੰਦੇ ਨੇ, ਕਦੀ ਡਾਵਾਂਡੋਲ ਨਹੀਂ ਹੁੰਦੇ। ਇੱਥੇ ਫਿਰ ਸੱਚਖੰਡ ਵਸੈ ਨਿਰੰਕਾਰ, ਇਹਨਾਂ ਦੇ ਹਿਰਦੇ ਵਿੱਚ ਮਾਨੋ ਨਿਰੰਕਾਰ ਵਸਦਾ ਹੈ ਤੇ ਬਾਕੀ ਸਾਰੀਆਂ ਬੁਰਾਈਆਂ ਇਹਨਾਂ ਦੇ ਦਿਮਾਗ 'ਚੋਂ, ਹਿਰਦੇ 'ਚੋਂ ਖਤਮ ਹੋ ਜਾਂਦੀਆਂ ਨੇ। ਕਰ ਕਰ ਵੇਖੈ ਨਦਰ ਨਿਹਾਲ, ਇਸ ਤਰ੍ਹਾਂ ਉੱਚੀ ਨਿਹਾਲ ਦੀ ਅਵਸਥਾ 'ਚ ਇਹ ਪਹੁੰਚ ਜਾਂਦੇ ਨੇ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ, ਇਹ ਇੰਨੀ ਉੱਚੀ ਅਵਸਥਾ ਹੈ ਜੇ ਕੋਈ ਦੱਸਣਾ ਵੀ ਚਾਹੇ ਤਾਂ ਦੱਸੀ ਨਹੀਂ ਜਾ ਸਕਦੀ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਇਹ ਉੱਚੇ ਲੈਵਲ ਦੀ ਜਿਹੜੀ ਅਵਸਥਾ ਹੈ, ਇਹਨੂੰ ਤਾਂ ਬਿਆਨ ਕਰਨਾ ਵੀ ਔਖਾ ਹੈ। ਜਦੋਂ ਮਾਨਸਿਕ ਬਣਤਰ ਬੰਦੇ ਦੀ ਉੱਚੀ ਹੋ ਜਾਂਦੀ ਹੈ, ਉਹ ਸਮਾਜ ਦਾ ਬਹੁਤ ਕੁਝ ਸੰਵਾਰ ਸਕਦਾ ਹੈ। ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਆਪਣੇ ਸਰੀਰਕ ਬਲ ਅਤੇ ਅਕਲ ਦੀ ਵਰਤੋਂ ਕਰਕੇ ਸਮਾਜ ਦਾ ਬਹੁਤ ਕੁਝ ਭਲਾ ਕੀਤਾ ਹੈ ਤੇ ਅਸੀਂ ਵੀ ਕੁਝ ਨਾ ਕੁਝ ਕਰ ਸਕਦੇ ਹਾਂ, ਕਿਉਂਕਿ ਗੁਰੂ ਸਾਹਿਬਾਨ ਵੱਲੋਂ ਦਿੱਤੀ ਸੇਧ ਗੁਰਬਾਣੀ ਦੇ ਵਿੱਚ ਸਾਡੇ ਕੋਲੇ ਇੰਨ ਬਿੰਨ ਪਹੁੰਚ ਗਈ ਹੈ। ਤਾਂ ਇਹਨਾਂ ਬਾਣੀ ਦੇ ਮਹਾਨ ਉਪਦੇਸ਼ਾਂ ਨੂੰ ਹਿਰਦਿਆਂ 'ਚ ਵਸਾਈਏ, ਇਹਨੂੰ ਸਮਝੀਏ ਅਤੇ ਸਮਾਜ ਦੇ ਵਿੱਚ ਪਿਆਰ ਭਰੇ ਢੰਗ ਨਾਲ ਇਹਨੂੰ ਲਾਗੂ ਕਰਨ ਦਾ ਉਪਰਾਲਾ ਕਰੀਏ। ਸਵਾਲ ਨੰਬਰ 117, ਭਾਈ ਕਸ਼ਮੀਰ ਸਿੰਘ ਉੱਤਰਾਖੰਡ ਤੋਂ ਪੁੱਛਦੇ ਨੇ ਕਿ 100 ਸਾਖੀ ਇੱਕ ਕਿਤਾਬ ਦੇ ਵਿੱਚ ਹਜੂਰ ਸਾਹਿਬ ਦੇ 50 ਸਾਲ ਦੀ ਉਮਰ ਤੱਕ ਦਰਸ਼ਨ ਕਰਨੇ ਜ਼ਰੂਰੀ ਨੇ, ਇਹ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਇਸ ਤਰ੍ਹਾਂ ਮੰਨਿਆ ਜਾਂਦਾ ਹੈ। ਕੀ ਇਹ ਗੱਲ ਸਹੀ ਹੈ? ਗੁਰੂ ਪਿਆਰ ਵਾਲਿਓ, ਪੁਜਾਰੀ ਤਬਕੇ ਨੇ ਸਾਨੂੰ ਲੁੱਟਣ ਵਾਸਤੇ ਬਹੁਤ ਪ੍ਰਬੰਧ ਕੀਤੇ ਨੇ। ਅਸੀਂ ਇਹਨਾਂ ਝੂਠੀਆਂ ਗੱਲਾਂ 'ਤੇ ਕਦੀ ਯਕੀਨ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲੇ ਹਰ ਥਾਂ 'ਤੇ ਮੌਜੂਦ ਹੈ। ਅਸੀਂ ਚੰਗੇ ਕੰਮ, ਪਰਉਪਕਾਰ ਦੇ ਕਾਰਜ ਹਰ ਥਾਂ 'ਤੇ ਰਹਿ ਕੇ ਕਰ ਸਕਦੇ ਹਾਂ। ਜਿਹੜਾ ਉੱਥੇ ਪੁਜਾਰੀ ਦੂਰ ਜਾ ਕੇ ਪੰਜਾਬ ਤੋਂ ਬੈਠ ਗਿਆ, ਉਹਨੂੰ ਪਤਾ ਹੈ ਕਿ ਬਹੁ ਗਿਣਤੀ ਸਿੱਖਾਂ ਦੀ ਪੰਜਾਬ ਦੇ ਵਿੱਚ ਹੈ। 2 ਪੈਸੇ ਕਮਾਈ ਦੇ ਸਾਧਨ ਵੀ ਪੰਜਾਬ ਦੇ ਸਿੱਖਾਂ ਕੋਲੇ ਨੇ। ਪਹਿਲਾਂ ਖੇਤੀ ਸੀ ਤੇ ਅੱਜ ਕੱਲ੍ਹ ਹੋਰ ਬਹੁਤ ਸਾਰੇ ਢੰਗ ਤਰੀਕੇ ਈਜਾਦ ਹੋ ਗਏ ਨੇ। ਜੇ ਯਾਤਰਾ 'ਤੇ ਅਸੀਂ ਹਜੂਰ ਸਾਹਿਬ ਜਾਵਾਂਗੇ ਤਾਂ ਉੱਥੇ ਭੇਟਾਵਾਂ ਦੇਵਾਂਗੇ ਤੇ ਤਾਂ ਉਹਨਾਂ ਦਾ ਢਿੱਡ ਭਰੇਗਾ, ਤਾਂ ਉਹਨਾਂ ਦੀਆਂ ਐਸ਼ ਪ੍ਰਸਤੀਆਂ ਪੂਰੀਆਂ ਹੋਣਗੀਆਂ। ਉੱਥੇ ਤਾਂ ਲੁਟੇਰੇ ਤੇ ਡਾਕੂਆਂ ਵਰਗੇ ਬੰਦੇ ਬੈਠੇ ਨੇ, ਜਿਹੜੇ ਵੀ ਇੱਧਰੋਂ ਸ਼ਰਧਾਵਾਨ ਲੋਕ ਯਾਤਰਾ ਵਾਸਤੇ ਜਾਂਦੇ ਨੇ, ਉਹਨਾਂ ਦੀਆਂ ਜੇਬਾਂ ਫਰੋਲਣ ਤੱਕ ਜਾਂਦੇ ਨੇ। ਉਹਨਾਂ ਨੂੰ ਅਨੇਕ ਡਰਾਵੇ ਦੇ ਕੇ, ਲਾਲਚ ਦੇ ਕੇ ਪੈਸੇ ਕਢਾਉਂਦੇ ਨੇ ਕਿ ਜੇ ਤੁਸੀਂ ਇੱਥੇ ਆਹ ਦਾਨ ਨਾ ਕੀਤਾ, ਇਹ ਪਾਠ ਨਾ ਕੀਤਾ, ਇੰਨਾ ਅਖੰਡ ਪਾਠ ਨਾ ਕਰਵਾਇਆ, ਤਾਂ ਇਹ ਇੱਥੇ ਚੌਂਕੀ ਨਾ ਭਰੀ, ਤਾਂ ਤੁਹਾਡਾ ਇੱਥੇ ਯਾਤਰਾ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ, ਤੁਹਾਡੀ ਯਾਤਰਾ ਬੇਕਾਰ ਚਲੀ ਜਾਵੇਗੀ। ਉਹ ਟਕੇ ਟਕੇ ਦੇ ਮੰਗਤਿਆਂ ਵਰਗੇ ਸਿੱਖੀ ਸਰੂਪ ਵਾਲੇ ਬੰਦੇ ਸਾਨੂੰ ਲੁੱਟ ਕੇ ਖਾ ਰਹੇ ਨੇ। ਗੁਰੂ ਪਿਆਰ ਵਾਲਿਓ, ਯਾਤਰਾ ਕਰਨੀ, ਗੁਰੂ ਸਾਹਿਬ ਦੀਆਂ ਉਹ ਅਸਥਾਨ ਜਿੱਥੇ ਉਹਨਾਂ ਨੇ ਚਰਨ ਪਾਏ ਸਨ, ਉੱਥੇ ਜੇ ਤਾਂ ਸਾਨੂੰ ਕੋਈ ਗੁਰੂ ਸਾਹਿਬ ਦੀ ਚੰਗੀ ਮੱਤ ਮਿਲਦੀ ਹੈ, ਚੰਗੀ ਸਿੱਖਿਆ ਮਿਲਦੀ ਹੈ, ਉਹਨਾਂ ਦੇ ਪਰਉਪਕਾਰਾਂ ਬਾਰੇ ਸਾਨੂੰ ਗਿਆਨ ਮਿਲਦਾ ਹੈ, ਫਿਰ ਤਾਂ ਗੱਲ ਮੰਨੀ ਜਾ ਸਕਦੀ ਹੈ ਕਿ ਅਸੀਂ ਉੱਥੇ ਜਾਈਏ। ਇਹ ਗੁਰੂ ਸਾਹਿਬ ਦਾ ਬਿਲਕੁਲ ਕੋਈ ਹੁਕਮ ਨਹੀਂ ਹੈ ਕਿ ਤੁਸੀਂ 50 ਸਾਲ ਦੀ ਉਮਰ ਤੱਕ ਮੇਰੇ ਦਰ ਦੇ ਉੱਤੇ ਆ ਕੇ ਸੀਸ ਝੁਕਾਓ ਤਾਂ ਤੁਹਾਡਾ ਜੀਵਨ ਸਫਲਾ ਹੋਵੇਗਾ। ਇਹ ਇਹਨਾਂ ਪੁਜਾਰੀਆਂ ਦਾ ਠੱਗੀ, ਧੋਖਾ ਅਤੇ ਫਰੇਬ ਹੈ। ਇਹ ਤਾਂ ਉੱਥੇ ਮੁੱਲ ਦੇ ਅਖੰਡ ਪਾਠ, ਮੁੱਲ ਦੀਆਂ ਅਰਦਾਸਾਂ, ਉਹਦੀਆਂ ਕੀਮਤਾਂ ਬਕਾਇਦਾ ਇਹਨਾਂ ਦੇ ਰਸਾਲਿਆਂ 'ਚ ਛਪੀਆਂ ਹੋਈਆਂ ਮੈਂ ਪੜ੍ਹ ਚੁੱਕਿਆ ਹੋਇਆ ਕਿ ਤੁਸੀਂ ਇੱਕ ਵਾਰੀ 1 ਲੱਖ ਰੁਪਈਆ ਉੱਥੇ ਜਮ੍ਹਾਂ ਕਰਾ ਦਿਓ, ਫਿਰ ਜਿਤਨੀ ਦੇਰ ਤੱਕ ਤੁਸੀਂ ਜੀਵਤ ਰਹੋਗੇ ਤੁਹਾਡੇ ਨਾਮ ਦੀ ਹਰ ਰੋਜ਼ ਉੱਥੇ ਅਰਦਾਸ ਹੁੰਦੀ ਰਹੂਗੀ। ਅਰਦਾਸ ਦੇ ਵਿੱਚ ਤੁਹਾਡਾ ਨਾਮ ਰੋਜ਼ਾਨਾ ਲਿਆ ਜਾਊਗਾ। ਮੁੱਲ ਵਿਕਦੀ ਹੈ ਅਰਦਾਸ। ਜੇ ਤੁਸੀਂ ਇੰਨਾ ਪੈਸਾ ਹੋਰ ਜਮ੍ਹਾਂ ਕਰਾ ਦਿਓ ਤਾਂ ਤੁਹਾਡਾ ਇੱਥੇ ਅਖੰਡ ਪਾਠ ਵੀ ਇੰਨੇ ਦੇਰ ਤੋਂ ਬਾਅਦ ਹੁੰਦਾ ਰਹੂਗਾ, ਤੁਹਾਡੀ ਅਰਦਾਸ ਹੁੰਦੀ ਰਹੂਗੀ। ਅਤੇ ਇੱਥੇ ਜਿਹੜਾ ਅਖੰਡ ਪਾਠ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹਦੇ ਪੈਸੇ ਇੰਨੇ ਨੇ, ਅਤੇ ਜੇ ਬਚਿੱਤਰ ਨਾਟਕ ਦਾ, ਦਸਮ ਗ੍ਰੰਥ ਦਾ ਅਖੰਡ ਪਾਠ ਕਰਾਓਗੇ ਅਤੇ ਉਹਦੇ ਦੁੱਗਣੇ ਪੈਸੇ ਨੇ।
ਉਹਦਾ ਇੰਨਾ ਤੁਹਾਨੂੰ ਭੇਟਾ ਦੇਣੀ ਪਵੇਗੀ। ਲੰਗਰ ਦੇ ਪੈਸੇ ਦਿਓਗੇ ਤਾਂ ਉਹਦੀ ਇੰਨੇ ਹਜ਼ਾਰ ਭੇਟਾ ਹੋਊਗੀ। ਗੱਲ ਕੀ ਹਰੇਕ ਥਾਂ ਤੇ ਲੁੱਟ ਮਚੀ ਪਈ ਹੈ। ਜੇ ਆਪਣਾ ਘਰ ਲੁਟਾਉਣਾ ਚਾਹੁੰਦੇ ਹੋ ਤੇ ਫਿਰ ਤਾਂ ਭਾਵੇਂ ਉੱਥੇ 1000 ਵਾਰੀ ਜਾਓ। ਜੇ ਤੁਸੀਂ ਅਕਲਮੰਦ ਬਣਨਾ ਹੈ ਫਿਰ ਉੱਥੇ ਯਾਤਰਾ ਕਰਕੇ ਬੇਸ਼ੱਕ ਮੁੜ ਆਓ, ਪਰ ਗੁਰੂ ਸਾਹਿਬ ਦਾ ਕੋਈ ਹੁਕਮ ਨਹੀਂ ਹੈ ਕਿ ਤੁਸੀਂ ਇੱਥੇ ਜ਼ਰੂਰ ਆਓ। ਇਹ ਤਾਂ ਹੇਮਕੁੰਡ ਵਾਲੇ ਪਹਾੜਾਂ ਤੇ ਟੱਕਰਾਂ ਮਾਰਨ ਨੂੰ ਸਾਨੂੰ ਭੇਜ ਦਿੰਦੇ ਨੇ ਕਿ ਗੁਰੂ ਸਾਹਿਬ ਨੇ ਕਿਹਾ ਕਿ ਉੱਥੇ ਵੀ ਜ਼ਰੂਰ ਆਓ। ਕੋਈ ਮਨੀ ਕਰਨ ਵਾਲੇ ਕਹਿੰਦੇ ਨੇ ਇੱਥੇ ਜ਼ਰੂਰ ਆਓ। ਤੇ ਜਿਹੜੇ ਇਹ ਤੇ ਕਿਤੇ ਇਹ ਤਾਂ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਕਿਤੇ ਸੱਚਖੰਡ 'ਚ ਬੈਠੇ ਨੇ, ਉੱਥੇ ਵੀ ਆਵਾਜ਼ਾਂ ਮਾਰਦੇ ਹੋਣ ਕਿ ਇੱਥੇ ਮੇਰੇ ਕੋਲੇ ਆ ਜਾਓ। ਕਿਉਂਕਿ ਸਾਡੇ ਵੀ ਅਰਦਾਸਾਂ ਦੇ ਵਿੱਚ ਮਰਨ ਤੋਂ ਬਾਅਦ ਗੁਰੂ ਦੇ ਚਰਨਾਂ 'ਚ ਭੇਜਣ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਜਦੋਂ ਕਿ ਕਿਤੇ ਕੋਈ ਉੱਪਰ ਸੱਚਖੰਡ ਨਹੀਂ ਹੈ। ਇਹ ਲੁਟੇਰਿਆਂ ਨੇ ਖਾਣ ਪੀਣ ਦੇ ਢੰਗ ਸਾਨੂੰ ਡਰਾ ਕੇ ਆਜ਼ਾਦ ਕੀਤੇ ਹੋਏ ਨੇ। ਗੁਰੂ ਪਿਆਰ ਵਾਲਿਓ, ਅਸੀਂ ਗੁਰੂ ਸਾਹਿਬ ਦੀਆਂ ਯਾਦਾਂ, ਇਤਿਹਾਸ ਪੰਜਾਬ ਦੇ ਵਿੱਚੋਂ ਸਾਰਾ ਮਿਟਾ ਦਿੱਤਾ ਹੋਇਆ ਹੈ। ਸਾਹਿਬਜ਼ਾਦਿਆਂ ਦੀਆਂ ਕੀਤੀਆਂ ਪਰਉਪਕਾਰ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਉਹ ਕੰਧ, ਉਹ ਜਿਹੜਾ ਠੰਡਾ ਬੁਰਜ, ਉਹ ਸਭ ਮਿਟਾ ਦਿੱਤਾ ਹੋਇਆ ਹੈ। ਬੰਦਾ ਸਿੰਘ ਬਹਾਦਰ ਦੇ ਕੀਤੇ ਪਰਉਪਕਾਰ, ਬਹਾਦਰੀ ਦੇ ਕਾਰਨਾਮੇ ਉਹ ਮਿਟ ਗਏ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਲਗਭਗ ਖਤਮ ਹੋ ਗਈਆਂ ਨੇ। ਹਰੀ ਸਿੰਘ ਨਲੂਏ ਦੀਆਂ ਕੀਤੀਆਂ ਹੋਇਆਂ ਬਹਾਦਰੀ ਦੇ ਕਾਰਨਾਮੇ ਉਹ ਸਾਰੇ ਭੁੱਲ ਗਏ ਹੋਏ ਨੇ। ਹੋਰ ਪਤਾ ਨਹੀਂ ਕਿੰਨੇ ਕਿੰਨੇ ਕਾਰਜ ਸੀ ਜਿਹੜੇ ਯੋਧਿਆਂ ਨੇ ਕੀਤੇ ਸੀ। ਪਰਉਪਕਾਰ ਦੀ ਭਾਵਨਾ ਨਾਲ ਉਹਨਾਂ ਨੂੰ ਯਾਦ ਕਰਨਾ ਬਣਦਾ ਸੀ, ਪਰ ਉਹ ਅਸੀਂ ਨਹੀਂ ਕਰ ਸਕੇ। ਉਹਨਾਂ ਦੀਆਂ ਯਾਦਾਂ ਮਿਟ ਗਈਆਂ ਨੇ। ਕਿ ਹਜੂਰ ਸਾਹਿਬ ਜਿੱਥੇ ਘੋੜਿਆਂ ਦੀ ਲਿੱਦ ਵੀ ਪ੍ਰਸ਼ਾਦ ਬਣੀ ਪਈ ਹੈ, ਜਿੱਥੇ ਬੱਕਰੇ ਵੱਢਣੇ, ਉਹਨਾਂ ਦਾ ਮਾਸ ਗੁਰਦੁਆਰੇ 'ਚ ਖਾ ਲੈਣਾ, ਤੇ ਉਹ ਵੀ ਧਰਮ ਬਣਿਆ ਪਿਆ। ਤੇ ਬੱਕਰਿਆਂ ਦਾ ਖੂਨ ਦੇ ਤਿਲਕ ਲੋਕਾਂ ਦੇ ਮੱਥੇ 'ਚ ਲਾਉਣੇ, ਹਥਿਆਰਾਂ ਨੂੰ ਲਾਉਣੇ, ਤੇ ਉਹ ਵੀ ਉੱਥੇ ਧਰਮ ਦਾ ਹਿੱਸਾ ਬਣਿਆ ਪਿਆ। ਉੱਥੇ ਬਹੁਤ ਕੁਝ ਪਖੰਡ ਹੋ ਚੁੱਕਿਆ ਹੋਇਆ। ਕਦੀ ਧਿਆਨ ਤਾਂ ਮਾਰ ਲਓ, ਅੱਖਾਂ ਖੋਲ੍ਹ ਕੇ ਤਾਂ ਵੇਖ ਲਓ, ਦਿਮਾਗ ਦੀ ਵਰਤੋਂ ਤਾਂ ਕਰ ਲਓ ਪਿਆਰਿਓ। ਬਹੁਤ ਕੁਝ ਅਜਿਹਾ ਵਾਪਰ ਗਿਆ ਜਿਹੜਾ ਗੁਰੂ ਦੇ ਨਾਮ 'ਤੇ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਤੇ ਲੁੱਟ ਕੇ ਖਾਧਾ ਜਾ ਰਿਹਾ। ਗੁਰੂ ਕਿਸੇ ਇੱਕ ਥਾਂ 'ਤੇ ਨਹੀਂ ਬੈਠਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਅਸੀਂ ਤਾਂ ਗੁਰੂ ਨੂੰ ਆਪਣੇ ਹਿਰਦੇ 'ਚ ਵਸਾਉਣਾ ਸੀ, ਤੇ ਅਸੀਂ ਤਾਂ ਗੁਰੂ ਦੇ ਹੁਕਮ ਦੇ ਅਨੁਸਾਰ ਜ਼ਿੰਦਗੀ ਬਿਤਾਉਣੀ ਸੀ। ਇਹ ਜਿਹੜਾ ਉੱਥੇ ਵਾਲਾ ਹੁਕਮ ਹੈ ਜਾਣ ਦਾ, ਇਹ ਗੁਰੂ ਦਾ ਹੁਕਮ ਨਹੀਂ ਹੈ। ਇਹ ਪਖੰਡੀਆਂ, ਲੁਟੇਰਿਆਂ, ਧੋਖੇਬਾਜ਼ਾਂ, ਪੁਜਾਰੀਆਂ ਦਾ ਹੁਕਮ ਹੈ। ਇਹ ਕੋਈ ਇਤਿਹਾਸ ਦੀ ਘਟਨਾ ਨਹੀਂ ਹੈ। ਸਵਾਲ ਨੰਬਰ 118 ਭਾਈ ਨਰਿੰਦਰ ਸਿੰਘ ਯੂਕੇ ਤੋਂ ਪੁੱਛਦੇ ਨੇ, ਗੁਰਬਾਣੀ ਦੀ ਸਮਝ ਕਿਵੇਂ ਆਵੇ, ਕਿਉਂਕਿ ਗੁਰਬਾਣੀ ਵਿੱਚ ਕਈ ਭਾਸ਼ਾਵਾਂ ਦੇ ਸ਼ਬਦ ਵਰਤੇ ਗਏ ਨੇ। ਇੱਥੇ ਬਹੁਤ ਇਹਨਾਂ ਦਾ ਸਵਾਲ ਇਹ ਮਹੱਤਵਪੂਰਨ ਹੈ। ਗੁਰੂ ਸਾਹਿਬ ਨੇ ਅਰਬੀ, ਫਾਰਸੀ, ਸੰਸਕ੍ਰਿਤ, ਗੁਜਰਾਤੀ, ਮਰਾਠੀ, ਹਿੰਦੀ ਦੇ ਕੁਝ ਸ਼ਬਦ, ਇਸੇ ਤਰ੍ਹਾਂ ਤਾਮਿਲ, ਤੇਲਗੂ ਦੇ ਸ਼ਬਦ ਵੀ ਗੁਰਬਾਣੀ 'ਚ। ਫਿਰ ਜਿਹੜੀਆਂ ਪੰਜਾਬ ਦੇ ਵਿੱਚ ਪੋਠੋਹਾਰੀ, ਪੁਆਧੀ, ਮਲਵਈ, ਮਾਝੇ ਦੀ, ਇਹ ਬਹੁਤ ਸਾਰੀਆਂ 12-13 ਬੋਲੀਆਂ ਦੇ ਸ਼ਬਦ ਵਰਤੇ ਗਏ ਨੇ। ਤੁਸੀਂ ਹੈਰਾਨ ਹੋਵੋਗੇ, ਮੈਨੂੰ ਵੀ ਖੁਦ ਕਾਫੀ ਸਾਲ ਪਹਿਲਾਂ ਇੱਕ ਸ਼ਬਦ ਬੜਾ ਅਜੀਬ ਲੱਗਦਾ ਸੀ ਕਿ ਗੁਰੂ ਸਾਹਿਬ ਨੇ ਮੋਟਾ ਸ਼ਬਦ ਵਰਤਿਆ ਹੋਇਆ ਹੈ ਗੁਰਬਾਣੀ 'ਚ। ਮੈਨੂੰ ਹੈਰਾਨੀ ਹੁੰਦੀ ਸੀ ਵੀ ਮੋਟਾ ਦਾ ਮੈਨੇ ਤੇ ਭਾਰਾ ਸਰੀਰ ਹੁੰਦਾ। ਮੋਟਾ ਨਾਉ ਧਰਾਈ ਹੈ ਗਲ ਔਗਣ ਭਾਰਾ, ਭਾਵ ਕਿ ਮੋਟਾ ਵੱਡਾ ਸਾਰਾ। ਤੇ ਇਹ ਤਾਂ ਗਲਤ ਗੱਲ ਹੋ ਗਈ ਹੈ। ਮੋਟਾ ਨਾਉ ਕਿਵੇਂ ਹੋ ਗਿਆ? ਮੈਨੂੰ ਕਾਫੀ ਵੀਰਾਂ ਤੋਂ ਇਹਦੀ ਜਾਣਕਾਰੀ ਲੈਣਾ ਚਾਹੀ, ਤੇ ਇਹਦਾ ਅਰਥਾਂ ਦੇ ਵਿੱਚ ਜਿਹੜੀਆਂ ਪੋਥੀਆਂ ਨੇ ਅਰਥਾਂ ਵਾਲੀਆਂ ਉਹ ਵੀ ਵੇਖੀਆਂ, ਪਰ ਸਪਸ਼ਟ ਨਾ ਕਿਤੋਂ ਗੱਲ ਹੋ ਸਕੀ। ਉਹ ਸਬੱਬ ਨਾਲ ਹੀ ਇੱਕ ਫਿਲਮ ਅਮਿਤਾਭ ਬੱਚਨ ਦੀ ਮੈਨੂੰ ਵੇਖਣ ਦਾ ਮੌਕਾ ਮਿਲ ਗਿਆ। ਉਹਦੇ ਵਿੱਚ ਉਹ ਕਹਿ ਰਿਹਾ ਸੀ ਮੋਟਾ ਭਾਈ, ਮੋਟਾ ਭਾਈ। ਉੱਥੋਂ ਫਿਰ ਪਤਾ ਲੱਗਿਆ ਮੋਟਾ ਭਾਈ ਗੁਜਰਾਤੀ ਭਾਸ਼ਾ ਦੇ ਵਿੱਚ ਵੱਡੇ ਭਾਈ ਨੂੰ ਕਹਿੰਦੇ ਨੇ, ਮੋਟਾ ਮੈਨੇ ਵੱਡਾ। ਫਿਰ ਮੈਨੂੰ ਸਮਝ ਆਈ ਵੀ ਵੱਡਾ ਨਾਉ ਧਰਾਉਣ ਦੇ ਨਾਲ ਕੁਝ ਨਹੀਂ ਬਣਨਾ। ਗੁਰੂ ਸਾਹਿਬ ਕਹਿ ਰਹੇ ਨੇ, ਗੁਰੂ ਨਾਨਕ, ਮੋਟਾ ਨਾਉ ਧਰਾਈ ਹੈ ਗਲ ਔਗਣ ਭਾਰਾ। ਨਾਮ ਤੇ ਵੱਡਾ ਕਰ ਲਿਆ ਤੁਸੀਂ, ਪਰ ਤੁਸੀਂ ਤੇ ਔਗਣਾਂ ਨਾਲ ਤਾਂ ਭਰੇ ਪਏ ਹੋ। ਵੱਡੇ ਹੋਏ ਤਾਂ ਕੋਈ ਨਹੀਂ, ਗੁਣਵਾਨ ਤਾਂ ਬਣੇ ਕੋਈ ਨਹੀਂ। ਤੋ ਇਸੇ ਤਰ੍ਹਾਂ ਤਾਮਿਲ ਭਾਸ਼ਾ ਦਾ ਕੁਝ ਇੱਕ ਸ਼ਬਦ ਵੀ ਗੁਰਬਾਣੀ 'ਚ ਹੈਗੇ ਨੇ। ਧੰਨ ਨੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦਾ ਇੰਨਾ ਗਿਆਨ ਭੰਡਾਰ ਉਹਨਾਂ ਕੋਲੇ ਸੀ, ਜਿੱਥੇ ਸਾਹਿਤਕ, ਇਤਿਹਾਸਕ, ਸਮਾਜਿਕ, ਰਾਜਨੀਤਿਕ, ਧਾਰਮਿਕ ਅਨੇਕਾਂ ਖੇਤਰਾਂ ਦਾ ਗਿਆਨ ਦਾ ਸਮੁੰਦਰ ਸਨ ਗੁਰੂ ਨਾਨਕ ਸਾਹਿਬ। ਜਦੋਂ ਮੈਂ ਪੜ੍ਹਦੇ ਨੇ ਇਹ ਸ਼ਬਦ ਦੇ ਅਰਥ ਪੜ੍ਹੇ, ਧੂਪ ਮਲਿਆਨ ਲੋ ਪਵਨ ਚਬ ਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਤਾਂ ਉੱਥੇ ਸਮੁੰਦਰ ਦੇ ਉੱਤੋਂ ਦੀ
ਪਾਣੀ ਦੇ ਉੱਤੋਂ ਦੀ ਲੰਘ ਕੇ ਹਵਾ ਠੰਡੀ ਹੋ ਜਾਂਦੀ ਹੈ, ਅੱਗੇ ਫੁੱਲਾਂ ਦੇ ਉੱਤੋਂ ਦੀ ਲੰਘ ਕੇ ਖੁਸ਼ਬੂਦਾਰ ਬਣ ਜਾਂਦੀ ਹੈ। ਫਿਰ ਉਹ ਜਿਹੜੀ ਹਵਾ ਠੰਡੀ ਅਤੇ ਖੁਸ਼ਬੂਦਾਰ ਬਣ ਜਾਂਦੀ ਹੈ, ਉਹਨੂੰ ਮਲਿਆਣ ਲੋਕ ਕਹਿੰਦੇ ਨੇ ਤਮਿਲ ਭਾਸ਼ਾ ਦੇ ਵਿੱਚ, ਭਾਵ ਖੁਸ਼ਬੂ ਵੀ ਹੈ ਉਹਦੇ ਵਿੱਚ ਅਤੇ ਠੰਡੀ ਵੀ ਹੈ। ਉਹ ਬੰਦੇ ਨੂੰ ਸੁੰਘਦਿਆਂ ਮਹਿਸੂਸ ਕਰਦਿਆਂ ਬਹੁਤ ਹੀ ਆਨੰਦ ਦਿੰਦੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਐ ਅਕਾਲ ਪੁਰਖ ਮੈਂ ਤੇਰੀ ਆਰਤੀ ਧੂਫ ਕੀ ਕਰਾਂ, ਤੈਨੂੰ ਕਿਹੜੀ ਧੂਫ ਦੇਵਾਂ, ਤੇਰੀ ਧੂਫ ਤਾਂ ਆਪਣੇ ਆਪ ਹੋ ਰਹੀ ਹੈ। ਸਮੁੰਦਰਾਂ ਤੋਂ ਦੀ ਹਵਾ ਲੰਘ ਰਹੀ ਹੈ, ਫੁੱਲਾਂ ਦੇ ਵਿੱਚੋਂ ਦੀ ਲੰਘ ਰਹੀ ਹੈ। ਉਹ ਹਵਾ ਠੰਡੀ ਹੋ ਕੇ ਖੁਸ਼ਬੂਦਾਰ ਬਣ ਕੇ ਜਦੋਂ ਸਾਡੇ ਤੱਕ ਆਉਂਦੀ ਹੈ, ਉਹ ਤੇਰੀ ਆਰਤੀ ਆਪਣੇ ਆਪ ਖੁਸ਼ਬੂ ਦੀ ਆਪ ਹੋ ਰਹੀ ਹੈ। ਅਸੀਂ ਕੌਣ ਹੁੰਦੇ ਹਾਂ ਕਰਨ ਵਾਲੇ। ਤੋ ਇਸ ਤਰ੍ਹਾਂ ਦੇ ਬੇਅੰਤ ਸ਼ਬਦ ਨੇ। ਹੁਣ ਆਪਾਂ ਇਹਨੂੰ ਕਿਵੇਂ ਜਾਣੀਏ? ਗੱਲ ਇਹ ਹੈ ਮਾਨਸਿਕ ਵਿਕਾਸ, ਲਗਾਤਾਰ ਦੀ ਮਿਹਨਤ। ਜੇ ਅਸੀਂ ਅੰਗਰੇਜ਼ੀ ਦੇ ਵਿੱਚ ਮੁਹਾਰਤ ਹਾਸਲ ਕਰਦੇ ਹਾਂ ਮਿਹਨਤ ਕਰਕੇ, ਤਾਂ ਪੰਜਾਬੀ ਦੇ ਵਿੱਚ ਵੀ ਅਤੇ ਹੋਰ ਜਿਹੜੀਆਂ ਗੁਰਬਾਣੀ 'ਚ ਸ਼ਬਦ ਵਰਤੇ ਨੇ ਉਹਨਾਂ ਦੀ ਮੁਹਾਰਤ ਵੀ ਹਾਸਲ ਕਰ ਸਕਦੇ ਹਾਂ। ਜੇ ਅਸੀਂ ਫਰੈਂਚ, ਲੈਟਿਨ, ਗਰੀਕ ਆਪਣੀ ਲੋੜ ਵਾਸਤੇ ਹੋਰ ਭਾਸ਼ਾਵਾਂ ਸਿੱਖ ਸਕਦੇ ਹਾਂ, ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਸ਼ਬਦ ਵੀ ਸਿੱਖ ਸਕਦੇ ਹਾਂ। ਜੇ ਸਮਾਜ ਦੇ ਅਨੇਕਾਂ ਮਕੈਨੀਕਲ ਕੰਮ ਅਸੀਂ ਸਿੱਖ ਸਕਦੇ ਹਾਂ, ਕੰਪਿਊਟਰ ਚਲਾਉਣਾ, ਮੋਬਾਈਲ ਦੀ ਵਰਤੋਂ ਕਰਨੀ, ਇੰਟਰਨੈਟ ਦੀ ਵਰਤੋਂ ਕਰਨੀ ਅਤੇ ਹੋਰ ਅਨੇਕਾਂ ਨਵੀਨ ਕਿਸਮ ਦੀਆਂ ਘਰੇਲੂ ਚੀਜ਼ਾਂ ਜਿਹੜੀਆਂ ਅੱਜ ਆਧੁਨਿਕ ਤਰੀਕੇ ਨਾਲ ਸਾਡੇ ਘਰਾਂ 'ਚ ਆ ਚੁੱਕੀਆਂ ਨੇ, ਉਹਨਾਂ ਦੀ ਵਰਤੋਂ ਕਰਨੀ ਮਿਹਨਤ ਕਰਕੇ ਅਸੀਂ ਜੇ ਸਿੱਖ ਸਕਦੇ ਹਾਂ, ਗੁਰਬਾਣੀ ਨੂੰ ਵੀ ਸਿੱਖ ਸਕਦੇ ਹਾਂ। ਕੱਚੀ ਪਹਿਲੀ ਤੋਂ ਲੈ ਕੇ ਸਾਡੇ ਬੱਚੇ ਹੌਲੀ ਹੌਲੀ ਪੜ੍ਹਦੇ ਨੇ, ਅੱਗੇ ਵੱਧਦੇ ਜਾਂਦੇ ਨੇ। ਉਹ 10ਵੀਂ ਕਰਦੇ ਨੇ, MA ਕਰਦੇ ਨੇ, PhD ਕਰਦੇ ਨੇ, ਇੰਜੀਨੀਅਰ ਬਣਦੇ ਨੇ, ਵਕੀਲ ਬਣਦੇ ਨੇ, ਡਾਕਟਰ ਬਣਦੇ ਨੇ, ਉਹ ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਜੇ ਅੰਦਰ ਕੰਮ ਕਰਨ ਦੀ ਇੱਛਾ ਸ਼ਕਤੀ ਹੋਵੇ, ਅਸੀਂ ਬਹੁਤ ਸਾਰੇ ਵਿਦਵਾਨਾਂ ਨੂੰ ਮਿਲੀਏ, ਸੈਮੀਨਾਰਾਂ 'ਚ ਜਾਈਏ, ਵਿਚਾਰ ਵਟਾਂਦਰਾ ਕਰੀਏ, ਆਪਣੇ ਕਿਤਾਬਾਂ ਦਾ ਇੱਕ ਲਾਇਬ੍ਰੇਰੀ ਆਪਣੇ ਘਰ ਦੇ ਵਿੱਚ ਬਣਾਈਏ, ਜਿਹੜੀਆਂ ਕਿਤਾਬਾਂ ਚੰਗੀਆਂ ਨੇ ਉਹਨਾਂ ਦੇ ਵਿੱਚੋਂ ਨੋਟਸ ਲਈਏ, ਆਪ ਬੋਲਣ ਦੀ ਪ੍ਰੈਕਟਿਸ ਕਰੀਏ, ਗੁਰਬਾਣੀ ਨੂੰ ਜ਼ੁਬਾਨੀ ਯਾਦ ਕਰੀਏ ਅਤੇ ਗੁਰਬਾਣੀ ਦੇ ਪਿਛੋਕੜ ਬਾਰੇ ਜਿਹੜੇ ਸ਼ਬਦ ਨੇ ਆਪਾਂ ਉਹਨਾਂ ਨੂੰ ਅਰਥਾਂ ਵਾਲੀਆਂ ਪੋਥੀਆਂ ਜੋ ਪੜ੍ਹਨ ਦਾ ਉਪਰਾਲਾ ਕਰੀਏ। ਇਹ ਸਾਰਾ ਕੁਝ ਮਿਹਨਤ ਕਰਨ ਦੇ ਨਾਲ ਹੋਣਾ ਹੈ। ਇਹ ਕੋਈ ਕੈਪਸੂਲ ਹਾਲੀ ਤੱਕ ਨਹੀਂ ਬਣੀ ਜਿਹੜਾ ਸਾਰਾ ਇਕੱਠਾ ਕੀਤਾ ਗਿਆਨ, ਭਾਵੇਂ ਗੁਰਬਾਣੀ ਦਾ ਅਤੇ ਭਾਵੇਂ ਹੋਰਨਾਂ ਵਿਗਿਆਨਕ ਕਾਢਾਂ ਦਾ, ਉਹ ਸਾਡੇ ਅੰਦਰ ਇੱਦਾਂ ਤਿਆਰ ਬਰ ਤਿਆਰ ਕਿਤੋਂ ਨਹੀਂ ਪੈ ਸਕਣਾ। ਉਹਦੇ ਵਾਸਤੇ ਸਾਨੂੰ ਲਗਾਤਾਰ ਆਪ ਮਿਹਨਤ ਕਰਨੀ ਪੈਣੀ ਹੈ। ਇਹ ਵੱਖਰੀ ਗੱਲ ਹੈ ਕਿ ਕਿਸੇ ਦਾ ਦਿਮਾਗ ਜਲਦੀ ਚੱਲ ਪੈਂਦਾ ਹੈ, ਤੇਜ਼ ਹੁੰਦਾ ਹੈ, ਅਤੇ ਕਈਆਂ ਦਾ ਦਿਮਾਗ ਧੀਮੀ ਗਤੀ ਨਾਲ ਚੱਲਦਾ ਹੈ, ਹੌਲੀ ਪ੍ਰਾਪਤੀ ਹੁੰਦੀਆਂ ਨੇ। ਪਰ ਅੱਜ ਤੱਕ ਦੁਨੀਆ 'ਚ ਜਿੰਨੀਆਂ ਵੱਡੀਆਂ ਪ੍ਰਾਪਤੀਆਂ ਹੋਈਆਂ ਨੇ ਉਹ ਮਿਹਨਤ ਨਾਲ ਹੀ ਹੋਈਆਂ ਨੇ। ਜਿਨ੍ਹਾਂ ਚੋਟੀ ਦੇ ਵਿਗਿਆਨੀਆਂ, ਵਿਦਵਾਨਾਂ ਅਤੇ ਹੋਰ ਕਾਰੋਬਾਰੀਆਂ ਦਾ ਜੇ ਜੀਵਨ ਪੜ੍ਹੀਏ ਤਾਂ ਉਹ ਪਿੱਛੇ ਉਹਨਾਂ ਦਾ ਜੀਵਨ ਪੜ੍ਹਨ ਨਾਲ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਿੰਨੀ ਘਾਲਣਾ ਘਾਲੀ ਹੈ, ਕਿੰਨੀ ਮਿਹਨਤ ਕੀਤੀ ਹੈ। ਇਹ ਸ਼ਬਦ ਸਿੱਖਣੇ ਕੋਈ ਬਹੁਤਾ ਔਖਾ ਕੰਮ ਨਹੀਂ ਹੈ, ਪਰ ਤੁਹਾਨੂੰ ਸ਼ਿੱਦਤ ਦੇ ਨਾਲ ਇਹ ਕੰਮ ਕਰਨਾ ਪਵੇਗਾ। ਸਵਾਲ ਨੰਬਰ 119 ਭਾਈ ਹਰਸਿਮਰਨ ਸਿੰਘ ਸਵਾਲ ਪੁੱਛਦੇ ਨੇ ਕਿ ਦਰਬਾਰ ਸਾਹਿਬ ਵਿੱਚ ਜੋ ਰਹਿ ਰਾਸ ਦਾ ਪਾਠ ਹੁੰਦਾ ਹੈ, ਉਹਦੇ ਵਿੱਚ ਕੀ ਚੌਪਈ ਦਾ ਪਾਠ ਹੁੰਦਾ ਹੈ? ਕੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਜੋ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਇਹਦੀ ਪ੍ਰਵਾਨਗੀ ਦਿੱਤੀ ਹੋਈ ਹੈ? ਜੀ ਹਾਂ, ਗੁਰਦੁਆਰਾ ਪ੍ਰਬੰਧਕਾਂ ਦੇ ਸਮੇਂ 'ਤੇ ਜੋ ਉਦੋਂ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਇਹ ਤਕਰੀਬਨ 1945 ਦੇ ਵਿੱਚ ਰਹਿਤ ਮਰਿਆਦਾ ਬਣੀ ਹੈ। ਉਦੋਂ ਇਹ ਸਮਝ ਲਈਏ 55 ਸਾਲ ਉਹ ਅਤੇ 20 ਸਾਲ ਇਹ 75 ਸਾਲ ਹੋ ਗਏ ਨੇ ਸਿੱਖ ਰਹਿਤ ਮਰਿਆਦਾ ਬਣੀ ਨੂੰ। ਇਹਦੇ ਵਿੱਚ ਬੇਅੰਤ ਸਾਰੀਆਂ ਸੋਧਾਂ ਕਰਨ ਵਾਲੀਆਂ ਨੇ ਅਤੇ ਅੱਜ ਤੱਕ ਸਾਡੇ ਮੁਖੀਆਂ ਨੇ ਕਦੇ ਧਿਆਨ ਨਹੀਂ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਰਹਿਤ ਮਰਿਆਦਾ ਨੂੰ ਜਿਹੋ ਜਿਹੀ ਵੀ ਹੈਗੀ ਸੀ, ਇਹਨੂੰ ਸਾਰੇ ਕਿਤੇ ਲਾਗੂ ਕਰਨ ਦਾ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਕੋਈ ਯਤਨ ਹੀ ਨਹੀਂ ਕੀਤਾ। ਸਾਧ ਸੰਤ ਆਦਿਕ ਡੇਰੇਦਾਰ ਆਪੋ ਆਪਣੀਆਂ ਮਰਿਆਦਾਵਾਂ ਚਲਾ ਰਹੇ ਨੇ, ਆਪੋ ਆਪਣੇ ਢੰਗ ਨਾਲ ਅਖੰਡ ਪਾਠ, ਸਿਮਰਨ, ਜਾਪ, ਰਹਿਤ ਮਰਿਆਦਾ, ਅੰਮ੍ਰਿਤ ਛਕਾਉਣ ਦੀਆਂ ਵਿਧੀਆਂ, ਜੂਠ ਸੁੱਚ, ਦਸਮ ਗ੍ਰੰਥ ਨੂੰ ਆਪੋ ਆਪਣੇ ਢੰਗ ਨਾਲ ਮੰਨੀ ਜਾ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖੀ ਜਾ ਰਹੇ ਨੇ। ਇੰਨਾ ਕੁਛ ਉਲਟ ਪੁਲਟ ਹੋ ਗਿਆ ਅਤੇ ਰਹਿਤ ਮਰਿਆਦਾ ਦੀਆਂ ਸਾਡੇ ਆਪਣੇ ਅਖਾਉਣ ਵਾਲਿਆਂ ਨੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਨੇ। ਅਕਾਲ ਤਖਤ ਨੂੰ ਮਹਾਨ ਅਤੇ ਵੱਡਾ ਕਹਿਣ ਵਾਲਿਆਂ ਨੇ ਅਕਾਲ ਤਖਤ ਦੇ ਹੁਕਮ ਨੂੰ, ਜਿਹੜਾ ਰਹਿਤ ਮਰਿਆਦਾ ਨਾਲ ਸੰਬੰਧਿਤ ਮੈਂ ਗੱਲ ਕਰ ਰਿਹਾ, ਇਹਨੂੰ ਮੰਨਿਆ ਹੀ ਨਹੀਂ ਹੈ।
ਇਸੇ ਤਰ੍ਹਾਂ ਨਿਹੰਗਾਂ ਦੀਆਂ ਜਥੇਬੰਦੀਆਂ ਅਲੱਗ-ਅਲੱਗ ਨੇ, ਸਹਿਜਧਾਰੀਆਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਉਹਨਾਂ ਤੱਕ ਤਾਂ ਹਾਲੇ ਤੱਕ ਸਿੱਖ ਪ੍ਰਚਾਰ ਸਾਧਨ ਪਹੁੰਚੇ ਹੀ ਨਹੀਂ ਹੈਗੇ। ਤੇ ਜਦੋਂ ਰਹਿਤ ਮਰਿਆਦਾ ਬਾਰੇ ਅਸੀਂ ਹੋਰ ਅੱਗੇ ਜਾਈਏ ਤਾਂ ਇਹ ਤਾਂ ਪੂਰੀ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਵੀ ਰਹਿਤ ਮਰਿਆਦਾ ਅੱਜ ਤੱਕ ਲਾਗੂ ਨਹੀਂ ਹੋ ਸਕੀ। ਅਕਾਲ ਤਖਤ ਤੇ ਮਰਿਆਦਾ ਹੋਰ ਹੈ ਤੇ ਦਰਬਾਰ ਸਾਹਿਬ 'ਚ ਮਰਿਆਦਾ ਹੋਰ ਹੈ, ਪ੍ਰਕਰਮਾਂ ਦੇ ਵਿੱਚ ਮਰਿਆਦਾ ਹੋਰ ਹੈ। ਤੁਸੀਂ ਧਿਆਨ ਦਿਓ ਕਦੀ ਕਿ ਅਸੀਂ ਅੱਜ ਤੱਕ ਜਦੋਂ ਵੀ ਦਰਬਾਰ ਸਾਹਿਬ 'ਚ ਕਦੇ ਅਰਦਾਸ ਤੋਂ ਬਾਅਦ ਸੁਣਿਆ ਹੋਵੇ ਕਿ ਉੱਥੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਕਦੀ ਸੁਣਿਆ ਅੱਜ ਤੱਕ ਕਿਸੇ ਨੇ? ਉਹ ਜਕਾਰਾ ਉੱਥੇ ਗਜਾਇਆ ਹੀ ਨਹੀਂ ਜਾਂਦਾ, ਜਦੋਂ ਕਿ ਰਹਿਤ ਮਰਿਆਦਾ 'ਚ ਜਕਾਰਾ ਗਜਾਉਣਾ ਲਿਖਿਆ ਹੋਇਆ ਕਿ ਗਜਾਉਣਾ ਚਾਹੀਦਾ ਹੈ। ਤੇ ਫਿਰ ਜਦੋਂ ਦਰਬਾਰ ਸਾਹਿਬ ਵਾਲੇ ਆਪ ਹੀ ਮਰਿਆਦਾ ਨੂੰ ਨਹੀਂ ਮੰਨਦੇ ਤਾਂ ਹੋਰ ਕਿਸੇ ਨੇ ਕੀ ਮੰਨਣੀ ਹੈ, ਤੇ ਹੋਰ ਕਿਸੇ ਨੂੰ ਇਹ ਕੀ ਮਨਾਉਣਗੇ? ਜਿਹੜੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪ੍ਰਕਾਸ਼ ਹੁੰਦਾ ਹੈ, ਉਹ ਰਹਿਤ ਮਰਿਆਦਾ ਦੇ ਵਿੱਚ ਉਸ ਢੰਗ ਨਾਲ ਪ੍ਰਕਾਸ਼ ਹੋਣਾ ਤਾਂ ਲਿਖਿਆ ਹੀ ਨਹੀਂ ਕਿਤੇ। ਪਹਿਲਾਂ ਸਵਈਏ ਪੜ੍ਹੋ ਤੇ ਕਿੰਨਾ ਕਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਮਾਲਿਸ਼ ਕਰੀ ਜਾਓ, ਪੂਜਾ ਕਰੀ ਜਾਓ, ਉਹ 'ਤੇ ਸੈਂਟ ਛਿੜਕੀ ਜਾਓ, ਉਹਦੀ ਲਿਪਾ ਪੋਚੀ ਕਰੀ ਜਾਓ, ਇੱਕ ਵਰਕਾ ਇੱਧਰ ਕਰਤਾ ਇੱਕ ਇੱਧਰ ਕਰਤਾ, ਰਮਾਲੇ ਕਿੰਨੇ ਕਿੰਨੇ ਉਹਦੇ 'ਤੇ ਚੜ੍ਹਾਈ ਜਾਓ ਤੇ ਕਿੰਨੇ ਕਿੰਨੇ ਲੱਖਾਂ ਦੇ ਚੰਦੋਏ ਉੱਤੇ ਲਿਆ ਕੇ ਦੇਈ ਜਾਓ। ਇਹ ਸਾਰਾ ਕੁਝ ਇੰਨਾ ਸ਼੍ਰੋਮਣੀ ਕਮੇਟੀ ਨੇ ਆਪਣੇ ਹੀ ਦਰਬਾਰ ਸਾਹਿਬ ਦੇ ਵਿੱਚ ਉਲਟ ਪੁਲਟ ਕਰ ਦਿੱਤਾ। ਰਹਿਤ ਮਰਿਆਦਾ ਦੇ ਤਾਂ ਧੱਜੀਆਂ ਇਹਨਾਂ ਨੇ ਆਪ ਹੀ ਉਡਾ ਦਿੱਤੀਆਂ ਨੇ। ਰਹੀ ਬੇਨਤੀ ਚੌਪਈ ਦੀ ਗੱਲ, ਇਹ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈ, ਇਹਨੂੰ ਤ੍ਰਿਆ ਚਰਿੱਤਰ ਦੇ ਵਿੱਚੋਂ ਲਿਆ ਕੇ ਕਿਸੇ ਨੇ ਫਿੱਟ ਕੀਤਾ। ਦਸਮ ਗ੍ਰੰਥ ਦੇ ਵਿੱਚੋਂ ਆਈ ਇਹ ਕਵਿਤਾ ਹੈ। ਇਸੇ ਤਰ੍ਹਾਂ ਜਿਹੜੇ ਸਵਈਏ ਨੇ ਉਹ ਵੀ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ, ਉਹ ਵੀ ਦਸਮ ਗ੍ਰੰਥ ਦੇ ਵਿੱਚੋਂ ਲੈ ਕੇ ਇੱਥੇ ਫਿੱਟ ਕਰ ਦਿੱਤੀ ਗਈ ਹੈ। ਜਿਹੜੀ ਅਰਦਾਸ ਹੈ ਉਹ ਵੀ ਭਗਵਤੀ ਦੇ ਅੱਗੇ ਕੀਤੀ ਜਾਂਦੀ ਹੈ। ਪ੍ਰਥਮ ਭਗਉਤੀ ਸਿਮਰ ਕੈ ਸ਼ਬਦ ਹੈ, ਇਹ ਭਗਵਤੀ ਦੇਵੀ ਵਾਸਤੇ ਹੈ। ਸਾਰੇ ਗੁਰੂਆਂ ਨੂੰ ਦੇਵੀ ਦੇ ਭਗਤ ਬਣਾ ਕੇ ਦੇਵੀ ਅੱਗੇ ਹੱਥ ਜੋੜ ਕੇ ਖੜਾ ਦਿੱਤਾ ਹੈ ਤੇ ਸਿੱਖਾਂ ਨੂੰ ਵੀ ਦੇਵੀ ਦੇ ਅੱਗੇ ਅਰਦਾਸ ਕਰਨ ਲਾ ਦਿੱਤਾ ਹੈ। ਇਹ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਰਹਿਤ ਮਰਿਆਦਾ ਦਾ ਇਹੀ ਨਤੀਜਾ ਸਾਡੇ ਸਾਹਮਣੇ ਹੈ। ਇਹਨੂੰ ਸੁਧਾਰਨ ਵਾਸਤੇ ਜੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਪਰਾਲੇ ਨਾ ਕੀਤੇ ਤਾਂ ਅਸੀਂ ਖਾਰੇ ਸਾਗਰ ਦੇ ਵਿੱਚ ਤਾਂ ਗਰਕੇ ਹੀ ਪਏ ਹਾਂ। ਤੇ ਕਹਿਣ ਮਾਤਰ ਸਿੱਖ ਵੱਖਰੀ ਕੌਮ ਹੈ, ਇਹ ਤਾਂ ਕੇਵਲ ਸਟੇਜੀ ਨਾਅਰੇ ਨੇ, ਡੀਂਗਾਂ ਨੇ। ਪ੍ਰੈਕਟੀਕਲ ਤੌਰ 'ਤੇ ਅਸੀਂ ਉਹੀ ਕੁਝ ਕਰ ਰਹੇ ਹਾਂ ਜਿਹੜਾ ਕਿ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਹੋ ਰਿਹਾ ਤੇ ਇਹ ਸਾਰਾ ਕੁਝ ਗੁਰਬਾਣੀ ਅਨੁਸਾਰ ਨਹੀਂ ਹੋ ਰਿਹਾ। ਇਹ ਸਾਰੀਆਂ ਚੀਜ਼ਾਂ ਪਰਖਣ ਸਮਝਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੱਕ ਮੂਰਤੀ ਬਣਾ ਕੇ ਪੂਜਣਾ ਤਾਂ ਸ਼ੁਰੂ ਕਰ ਦਿੱਤਾ ਹੈ, ਇਹਦੇ ਵਿੱਚ ਲਿਖਿਆ ਕੀ ਹੈ ਸਾਨੂੰ ਪਤਾ ਹੀ ਨਹੀਂ ਹੈ। ਗੁਰੂ ਪਿਆਰ ਵਾਲਿਓ, ਜਾਗਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ, ਗੁਰਬਾਣੀ ਦੇ ਅਸੂਲ ਲਾਗੂ ਕਰਵਾਉਣ ਦੀ ਲੋੜ ਹੈ। ਸਵਾਲ ਨੰਬਰ 120 ਭਾਈ ਹਰਪਾਲ ਸਿੰਘ USA ਤੋਂ ਪੁੱਛਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿੰਨੀ ਵੱਡੀ ਕਿਰਪਾਨ ਰੱਖਣ ਦਾ ਹੁਕਮ ਦਿੱਤਾ ਸੀ, ਭਾਵ ਕਿ ਕਿਰਪਾਨ ਦੀ ਲੰਬਾਈ ਕਿੰਨੀ ਸੀ? ਗੁਰੂ ਪਿਆਰ ਵਾਲਿਓ, ਇਹ ਹੈ ਬੰਦੇ ਦੀ ਸਰੀਰਕ ਬਣਤਰ 'ਤੇ ਕਿ ਉਹ ਹਥਿਆਰ ਕਿੰਨਾ ਵੱਡਾ ਕਿਸ ਕਿਸਮ ਦਾ ਚਲਾ ਸਕਦਾ ਹੈ, ਸੰਭਾਲ ਸਕਦਾ ਹੈ ਜਾਂ ਚੁੱਕ ਸਕਦਾ ਹੈ। ਗੁਰੂ ਸਾਹਿਬ ਨੇ ਜੰਗ ਲੜਨ ਵਾਸਤੇ ਸਾਨੂੰ ਕਿਰਪਾਨ ਦਿੱਤੀ ਸੀ। ਇਹ ਜਿਹੜਾ ਅੱਜ ਤਮਾਸ਼ਾ ਬਣ ਚੁੱਕਿਆ ਹੋਇਆ ਹੈ ਕਿਰਪਾਨ ਦਾ ਵਿਖਾਵੇ ਵਾਸਤੇ, ਤਵੀਤ ਬਣ ਕੇ ਧਾਗੇ 'ਚ ਜਾਂ ਹੋਰ ਅਨੇਕਾਂ ਤਰੀਕਿਆਂ ਨਾਲ ਸਾਡੇ ਗਲਾਂ 'ਚ ਪੈ ਚੁੱਕੀ ਹੈ। ਇਹ ਜੰਗ ਲੜਨ ਵਾਲੀ ਕਿਰਪਾਨ ਨਹੀਂ ਹੈ, ਕੇਵਲ ਚਿੰਨ੍ਹ ਬਣ ਕੇ ਰਹਿ ਗਿਆ ਹੈ। ਸਾਡੇ ਸਟੇਜਾਂ ਦੇ ਉੱਤੇ ਵੀ ਸਾਡੇ ਪ੍ਰਚਾਰਕ ਆਮ ਕਹਿਣ ਲੱਗ ਪਏ ਨੇ ਕਿ ਜੀ ਕਿਰਪਾਨ ਸਾਡਾ ਧਾਰਮਿਕ ਚਿੰਨ੍ਹ ਹੈ। ਜਦੋਂ ਸਾਨੂੰ ਵਿਦੇਸ਼ਾਂ ਦੇ ਵਿੱਚ ਕੋਈ ਸਰਕਾਰਾਂ ਪੁਲਿਸ ਰੋਕਦੀ ਹੈ ਕਿ ਤੁਸੀਂ ਹਥਿਆਰ ਕਿਉਂ ਪਾਇਆ ਹੋਇਆ, ਕਿਉਂ ਰੱਖਿਆ ਹੋਇਆ, ਇਹ ਤਾਂ ਸਾਡੇ ਅਪਰਾਧ ਮੰਨਿਆ ਜਾਂਦਾ ਹੈ, ਤੁਹਾਡੇ 'ਤੇ ਮੁਕੱਦਮਾ ਦਰਜ ਹੋ ਸਕਦਾ ਹੈ, ਤਾਂ ਸਾਡੇ ਸਿੱਖ ਭਾਈ ਇਹੀ ਕਹਿ ਕੇ ਖਹਿੜਾ ਛਡਾਉਂਦੇ ਨੇ ਤਾਂ ਧਾਰਮਿਕ ਚਿੰਨ੍ਹ ਹੈ। ਜਦੋਂ ਕਿ ਗੁਰਬਾਣੀ ਨੇ ਕਿਸੇ ਚਿੰਨ੍ਹ ਨੂੰ ਸਵੀਕਾਰ ਨਹੀਂ ਕੀਤਾ। ਗੁਰੂ ਸਾਹਿਬ ਨੇ ਜੰਗ ਯੁੱਧ ਲੜਨ ਵਾਸਤੇ ਹਥਿਆਰ ਸਾਨੂੰ ਦਿੱਤਾ ਸੀ ਤੇ ਇਕੱਲੀ ਕਿਰਪਾਨ ਹੀ ਨਹੀਂ, ਜਿਹੜਾ ਵੀ ਹਥਿਆਰ ਸਿੱਖ ਉਸ ਟਾਈਮ 'ਤੇ ਵਰਤ ਸਕਦੇ ਸੀ, ਜਿਹੜਾ ਉਦੋਂ ਮਿਲ ਸਕਦਾ ਸੀ, ਉਹਨਾਂ ਹਥਿਆਰਾਂ ਦੀ ਸਾਰੇ ਤਰ੍ਹਾਂ ਦੀ ਵਰਤੋਂ ਕੀਤੀ ਗਈ ਹੈ। ਉਹ ਬਰਛਾ ਵੀ, ਗੰਡਾਸਾ ਵੀ ਅਤੇ ਛੋਟੀ ਮੋਟੀ ਬੰਦੂਕ ਵੀ, ਤੋਪ ਵੀ, ਜਿਹੜਾ ਕੁਝ ਵੀ ਮਿਲ ਸਕਦਾ ਸੀ ਉਹ ਸਿੱਖਾਂ ਨੇ ਉਦੋਂ ਹਥਿਆਰ ਦੇ ਤੌਰ 'ਤੇ ਵਰਤਿਆ ਤੇ ਤੀਰ ਕਮਾਨ ਵੀ ਵਰਤੇ ਗਏ ਹੈ। ਗੁਰੂ ਪਿਆਰ ਵਾਲਿਓ, ਕਦੀ ਸੋਚ ਕੇ ਵੇਖੋ ਉਹ ਹਥਿਆਰ ਜਿਹੜੇ ਅੱਜ ਕੀ ਸਾਡੇ ਜੰਗ ਯੁੱਧ ਦੇ ਵਿੱਚ ਕੰਮ ਆ ਸਕਦੇ ਨੇ ਤੇ ਕੀ ਅਸੀਂ ਬਾਰਡਰ ਦੇ ਉੱਤੇ ਅੱਜ ਉਹਨਾਂ ਹਥਿਆਰਾਂ ਨਾਲ ਲੜਾਈ ਲੜ ਰਹੇ ਹਾਂ? ਕੀ ਦੁਨੀਆ ਦੇ ਵਿੱਚ ਬਹੁਤ ਦੂਰ ਮਾਰ ਕਰਨ ਵਾਲੀਆਂ ਤੋਪਾਂ ਬਣ ਨਹੀਂ ਚੁੱਕੀਆਂ, ਐਟਮ ਬੰਬ ਨਹੀਂ ਬਣ ਚੁੱਕੇ? ਤੁਸੀਂ ਵੇਖਦੇ ਹੋ ਕਿ ਬੰਬਰ ਜਹਾਜ਼ ਬੰਬ ਸੁੱਟ ਕੇ ਦੁਨੀਆ ਨੂੰ ਤਬਾਹ ਨਹੀਂ ਕਰ ਸਕਦੇ।
ਇਸੇ ਤਰ੍ਹਾਂ ਅਨੇਕ ਕਿਸਮ ਦੇ ਹਥਿਆਰ AK-47 ਵਗੈਰਾ ਉਹ ਬਹੁਤ ਸਾਰੇ ਬਣ ਚੁੱਕੇ ਨੇ। ਅੱਜ ਕਿਰਪਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਇਹਨੂੰ ਧਾਰਮਿਕ ਚਿੰਨ੍ਹ ਕਹਿ ਕੇ ਇੱਕ ਤਰ੍ਹਾਂ ਦਾ ਹਥਿਆਰਾਂ ਦਾ ਅਪਮਾਨ ਕਰਨਾ ਹੈ। ਅੱਜ ਤੱਕ ਇਹ ਵੀ ਨਹੀਂ ਪਛਾਣ ਹੋ ਸਕੀ ਕਿ ਇਹ ਕਿਰਪਾਨ ਚਿੰਨ੍ਹ ਹੈ ਕਿ ਇਹ ਕਿਰਪਾਨ ਹਥਿਆਰ ਹੈ। ਅਸਲ ਦੇ ਵਿੱਚ ਗੱਲ ਇਹ ਹੋਈ ਹੈ, ਇਹਦਾ ਪਿਛੋਕੜ ਇਹ ਹੈ ਕਿ ਜਦੋਂ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ, ਸਿੱਖ ਹਾਰ ਗਏ ਤੇ ਹਾਰੇ ਹੋਏ ਸਿੱਖਾਂ ਨੂੰ ਲਾਹੌਰ ਵੱਡੇ ਗਰਾਊਂਡ ਦੇ ਵਿੱਚ ਆਪਣੇ ਹਥਿਆਰ ਜ਼ਮੀਨ ਤੇ ਰੱਖਣ ਦਾ ਹੁਕਮ ਦੇ ਦਿੱਤਾ। ਜਿਹੜੇ ਜਿਹੜੇ ਸਿੱਖ ਘੇਰੇ 'ਚ ਆਏ ਹੋਏ ਸੀ ਜਾਂ ਗੋਰੀਆਂ ਫੌਜਾਂ ਨੇ ਪਿੰਡਾਂ 'ਚੋਂ ਘੇਰ ਕੇ ਲਿਆਂਦੇ ਸੀ, ਉਹਨਾਂ ਨੇ ਆ ਕੇ ਸਾਰਿਆਂ ਦੇ ਸਾਹਮਣੇ ਗਰਾਊਂਡ ਦੇ ਵਿੱਚ ਆਪਣੇ ਹਥਿਆਰ ਜ਼ਮੀਨ ਤੇ ਰੱਖ ਦਿੱਤੇ ਤੇ ਹਾਰ ਮੰਨ ਲਈ। ਅੰਗਰੇਜ਼ ਸਰਕਾਰ ਵੱਲੋਂ ਹੁਕਮ ਦੇ ਦਿੱਤਾ ਗਿਆ ਕਿ ਤੁਸੀਂ ਹੁਣ ਕੋਈ ਹਥਿਆਰ ਨਹੀਂ ਰੱਖ ਸਕਦੇ। ਪਰ ਸਿੱਖਾਂ ਦਾ ਸੁਭਾਅ ਜੰਗਜੂ ਕਿਸਮ ਦਾ ਸੀ, ਲੜਾਕਾ ਸੁਭਾਅ ਸੀ। ਉਹਨਾਂ ਨੇ ਚੋਰੀ ਛੁਪੇ ਫਿਰ ਵੀ ਕਿਰਪਾਨਾਂ, ਗੰਡਾਸੇ, ਵਰਛੇ ਆਪਣੇ ਕੋਲੇ ਰੱਖਣੇ ਸ਼ੁਰੂ ਕਰ ਦਿੱਤੇ ਤੇ ਜਿਹਦੀ ਬਦੌਲਤ ਬਹੁਤ ਸਾਰੇ ਸਿੱਖਾਂ ਨੂੰ ਕਰੜੀਆਂ ਸਜ਼ਾਵਾਂ ਵੀ ਹੋਈਆਂ ਤੇ ਉਹਨਾਂ ਨੂੰ ਕਈ ਵਾਰੀ ਫਾਂਸੀ ਵੀ ਲਾਇਆ ਗਿਆ, ਗੋਲੀਆਂ ਵੀ ਮਾਰੀਆਂ ਗਈਆਂ। ਕਿਉਂਕਿ ਹਥਿਆਰਬੰਦ ਲੜਾਈ ਅੰਗਰੇਜ਼ ਸਾਡੇ ਨਾਲ ਨਹੀਂ ਲੜਦੇ ਸੀ, ਬਲਕਿ ਉਹ ਸਾਡੇ ਨਾਲੋਂ ਤਾਕਤਵਰ ਸੀ। ਅਸੀਂ ਉਹਨਾਂ ਅੱਗੇ ਹਾਰ ਚੁੱਕੇ ਹੋਏ ਸੀ ਤੇ ਇਹ ਜਿਹੜਾ ਮਿੰਨਤਾਂ ਤਰਲੇ ਕਰਕੇ ਸਾਡੇ ਲੀਡਰਾਂ ਨੇ ਬੇਅੰਤ ਲੰਮਾ ਸਮਾਂ ਸ਼ਾਂਤਮਈ ਮੁਜ਼ਾਹਰੇ ਕਰਕੇ 50 ਸਾਲ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੂੰ ਇਹ ਮੰਨਣ ਤੇ ਮਜਬੂਰ ਕੀਤਾ ਕਿ ਅਸੀਂ ਇਸ ਕਿਰਪਾਨ ਦੀ ਕਦੇ ਵੀ ਵਰਤੋਂ ਨਹੀਂ ਕਰਾਂਗੇ, ਪਰ ਚਿੰਨ੍ਹ ਦੇ ਤੌਰ ਤੇ ਸਾਨੂੰ ਕਿਰਪਾਨ ਛੋਟੀ ਜੀ ਆਪਣੇ ਕੋਲੇ ਰੱਖ ਲੈਣ ਦਿਓ। ਉਹਨਾਂ ਨੇ ਛੋਟੀ ਵੱਡੀ ਦਾ ਕੋਈ ਪਾਬੰਦੀ ਨਹੀਂ ਲਾਈ। ਇਹ ਕਿਹਾ ਕਿ ਤੁਸੀਂ ਇੱਕ ਤਾਂ ਮਿਆਨ ਦੇ ਵਿੱਚੋਂ ਬਾਹਰ ਨਹੀਂ ਕੱਢਣੀ, ਦੂਜੀ ਗਾਤਰੇ ਦੇ ਵਿੱਚ ਰੱਖਣੀ ਹੈ। ਗਾਤਰੇ ਤੋਂ ਬਿਨਾਂ ਹੱਥ 'ਚ ਤੁਸੀਂ ਫੜ ਨਹੀਂ ਸਕਦੇ ਕਿਰਪਾਨ। ਜੇ ਤੁਸੀਂ ਆਪਣੀ ਕਿਰਪਾਨ ਹੱਥ 'ਚ ਪਕੜੋਗੇ ਅਤੇ ਮਿਆਨ 'ਚੋਂ ਬਾਹਰ ਕੱਢੋਗੇ ਤਾਂ ਤੁਹਾਡੇ ਤੇ ਨਜਾਇਜ਼ ਅਸਲਾ ਐਕਟ ਦਾ ਮੁਕੱਦਮਾ ਦਰਜ ਹੋ ਜਾਵੇਗਾ, ਜਿਹਦੇ ਨਾਲ ਤੁਹਾਨੂੰ ਕੈਦ ਹੋ ਸਕਦੀ ਹੈ। ਸਿੱਖਾਂ ਨੇ ਇਹ ਗੱਲ ਸਵੀਕਾਰ ਕਰ ਲਈ ਕਿ ਗਾਤਰੇ 'ਚੋਂ ਬਾਹਰ ਨਹੀਂ ਕੱਢਾਂਗੇ ਤੇ ਮਿਆਨ 'ਚੋਂ ਬਾਹਰ ਨਹੀਂ ਕੱਢਾਂਗੇ, ਗਾਤਰੇ ਦੇ ਵਿੱਚ ਹੀ ਰੱਖਾਂਗੇ। ਤਾਂ ਹੁਣ ਵੱਡੀ 3 ਫੁੱਟੀ ਕਿਰਪਾਨ ਗਾਤਰੇ ਦੇ ਵਿੱਚ ਰਹਿ ਨਹੀਂ ਸਕਦੀ ਸੀ। ਫਿਰ ਸਿੱਖਾਂ ਨੇ ਛੋਟੀ ਕਿਰਪਾਨ ਗਾਤਰੇ 'ਚ ਪਾਉਣੀ ਸ਼ੁਰੂ ਕਰ ਦਿੱਤੀ ਤੇ ਜੇ ਕੰਮ ਝੜਿੱਕਾ ਲਾਉਂਦੀ ਹੈ ਤਾਂ ਹੋਰ ਛੋਟੀ। ਇਸ ਤਰ੍ਹਾਂ ਇਹ ਤਵੀਤਨੁਮਾ ਕਿਰਪਾਨਾਂ ਸਾਡੇ ਗਾਤਰੇ 'ਚ ਪੈ ਗਈਆਂ, ਧਾਗਿਆਂ 'ਚ ਪੈ ਗਈਆਂ। ਤੇ ਤੁਸੀਂ ਆਪ ਦੇਖ ਲਓ, ਤਜਰਬਾ ਕਰਕੇ, ਇਤਿਹਾਸ ਪੜ੍ਹ ਕੇ, ਜਦੋਂ ਵੀ ਅੰਗਰੇਜ਼ਾਂ ਦੇ ਵਿਰੁੱਧ ਮੋਰਚੇ ਲਾਏ ਨੇ, ਬਹੁ ਗਿਣਤੀ ਸਿੱਖਾਂ ਨੇ ਕਾਂਗਰਸ ਦੀ ਨਿਗਰਾਨੀ ਦੇ ਵਿੱਚ ਸ਼ਾਂਤਮਈ ਮੋਰਚੇ ਲਾਏ ਨੇ। ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਜਦੋਂ ਸਿੱਖਾਂ ਨੇ ਮੋਰਚੇ ਲਾਏ ਨੇ, ਉਦੋਂ ਭਾਵੇਂ ਕੋਲੇ ਛੋਟੀਆਂ ਵੱਡੀਆਂ ਕਿਰਪਾਨਾਂ ਵੀ ਉਹਨਾਂ ਪਾਸ ਹੁੰਦੀਆਂ ਸੀ, ਪਰ ਉਹਨਾਂ ਨੇ ਸ਼ਾਂਤਮਈ ਮੋਰਚੇ ਲਾਏ ਨੇ, ਕਦੀ ਹਥਿਆਰ ਦੀ ਵਰਤੋਂ ਨਹੀਂ ਕੀਤੀ। ਭਾਵੇਂ ਉਹਨਾਂ ਨੂੰ ਗੋਲੀਆਂ ਵੀ ਮਾਰ ਦਿੱਤੀਆਂ ਗਈਆਂ, ਪਰ ਸਿੱਖਾਂ ਨੇ ਖੁਦ ਕਦੇ ਹਥਿਆਰ ਦੀ ਵਰਤੋਂ ਨਹੀਂ ਕੀਤੀ, ਸ਼ਾਂਤਮਈ ਰਹਿ ਕੇ ਮਾਰ ਖਾਧੀ। ਇਹਦਾ ਮਤਲਬ ਹੈ ਕਿ ਸਿੱਖਾਂ ਨੇ ਕਿਰਪਾਨ ਦੀ ਵਰਤੋਂ ਨਾ ਕਰਨ ਦੀ ਕਸਮ ਖਾ ਲਈ ਸੀ, ਪ੍ਰਣ ਕਰ ਲਿਆ ਸੀ ਗੋਰਿਆਂ ਦੇ ਸਾਹਮਣੇ ਕਿ ਅਸੀਂ ਕਿਰਪਾਨ ਦੀ ਵਰਤੋਂ ਨਹੀਂ ਕਰਾਂਗੇ। ਤੇ ਅੱਜ ਆਪ ਅਸੀਂ ਅੱਖਾਂ ਖੋਲ੍ਹ ਕੇ ਵੇਖੀਏ, ਜਿਸ ਕਿਰਪਾਨ ਹਥਿਆਰ ਦੀ ਵਰਤੋਂ ਅਸੀਂ ਨਹੀਂ ਕਰਨੀ, ਹੈਗਾ ਤਾਂ ਹਥਿਆਰ ਸੀ ਇਹ, ਪਰ ਇਸ ਹਥਿਆਰ ਦੀ ਵਰਤੋਂ ਨਾ ਕਰਨ ਦੀ ਅਸੀਂ ਸਹੁੰ ਖਾ ਲਈ, ਫਿਰ ਚੁੱਕੀ ਕਾਹਦੇ ਵਾਸਤੇ ਫਿਰਦੇ ਹਾਂ? ਇਹਦੀ ਕੀ ਲੋੜ ਰਹੇਗੀ? ਕਿਉਂ ਭਾਰ ਚੁੱਕੇ ਹੈ? ਮਸਲਾ ਸੀ ਗੁਰੂ ਗੋਬਿੰਦ ਸਿੰਘ ਨੇ ਜੰਗ ਲੜਨ ਵਾਸਤੇ ਸਾਨੂੰ ਹਥਿਆਰ ਦਿੱਤਾ ਸੀ। ਅੱਜ ਭਾਰਤ ਸਰਕਾਰ ਦੀ ਫੌਜ ਸਾਡੀ ਰਾਖੀ ਕਰਦੀ ਹੈ, ਪੰਜਾਬ ਦੀ ਪੁਲਿਸ ਸਾਡੀ ਰਾਖੀ ਕਰਦੀ ਹੈ, ਹੋਰ ਅਨੇਕਾਂ ਸਾਧਨ ਸਰਕਾਰਾਂ ਦੇ ਕੋਲੇ ਨੇ। ਇਹ ਚਿੰਨ੍ਹਾਂ ਦੀ ਕੋਈ ਮਾਨਤਾ ਨਹੀਂ ਹੈ ਸਿੱਖ ਧਰਮ ਦੇ ਵਿੱਚ। ਇਹ ਛੋਟੀ ਜਿਹੀ ਕਿਰਪਾਨ ਸਾਡਾ ਕੋਈ ਜੰਗ ਯੁੱਧ ਦੇ ਵਿੱਚ ਫਾਇਦਾ ਨਹੀਂ ਕਰ ਸਕਦੀ। ਇਸ ਕਰਕੇ ਜਿਹੜੀ ਕਿਰਪਾਨ ਵਾਲੀ ਲੜਾਈ ਹੈ, ਇਹ ਸਾਨੂੰ ਸਿੱਖਾਂ ਨੂੰ ਸੰਕੋਚ ਕਰਨਾ ਚਾਹੀਦਾ ਹੈ। ਤੇ ਅੱਜ ਜੰਗ ਯੁੱਧ ਕਿਰਪਾਨ ਦੇ ਨਾਲ ਨਹੀਂ ਹੁੰਦੇ, ਹੋਰ ਬਹੁਤ ਵੱਡੇ ਹਥਿਆਰ ਅੱਜ ਦੁਨੀਆ 'ਚ ਆ ਚੁੱਕੇ ਹੋਏ ਨੇ। ਅਸੀਂ ਜੇ ਅੱਖਾਂ ਖੋਲ੍ਹ ਕੇ ਆਲੇ ਦੁਆਲੇ ਵੇਖਾਂਗੇ, ਕਿਰਪਾਨਾਂ ਦੀ ਲੜਾਈ ਜਾਂ ਹੋਰ ਅਜਿਹੇ ਚਿੰਨ੍ਹਾਂ ਦੀ ਜਿਹੜੀ ਲੜਾਈ ਹੈ, ਉਹਦੀ ਥਾਂ ਤੇ ਅਸੀਂ ਸਿਆਣੇ ਬਣੀਏ, ਅਕਲਮੰਦ ਬਣੀਏ ਤੇ ਬਹਾਦਰ ਬਣੀਏ। ਆਪਣੇ ਹੱਕ ਲੈਣ ਵਾਸਤੇ ਸ਼ਾਂਤਮਈ ਢੰਗ ਨਾਲ, ਲੋਕਤੰਤਰੀ ਤਰੀਕੇ ਨਾਲ, ਉਹ ਸਰਕਾਰਾਂ ਨਾਲ ਅਸੀਂ ਲੋਕਤੰਤਰੀ ਢੰਗ ਨਾਲ ਜਿਹੜੇ ਮੋਰਚੇ ਬੇਸ਼ੱਕ ਲਾਈਏ, ਪਰ ਹਥਿਆਰਾਂ ਦੀ ਵਰਤੋਂ ਕਰਨੀ ਇਹ ਅੱਜ ਦੇ ਜ਼ਮਾਨੇ ਵਿੱਚ ਇਹ ਜਾਇਜ਼ ਨਹੀਂ ਹੈ, ਕਿਉਂਕਿ ਸਾਡੇ ਕੋਲੇ ਇੰਨੀ ਤਾਕਤ ਨਹੀਂ ਹੈ। ਸਾਰੀ ਤਾਕਤ ਸਰਕਾਰਾਂ ਕੋਲੇ ਹੈ। ਤੋ ਇਸ ਤਰ੍ਹਾਂ ਇਹ ਜਿਹੜੀ ਕਿਰਪਾਨ ਦਾ ਮਸਲਾ ਹੈ, ਗੁਰੂ ਸਾਹਿਬ ਨੇ ਉਦੋਂ ਕਿਰਪਾਨ ਦੀ ਨਾ ਕੋਈ ਲੰਬਾਈ ਦੀ ਹੱਦ ਮਿੱਥੀ ਸੀ, ਨਾ ਕੋਈ ਇਹਨੂੰ ਪਹਿਨਣਾ ਜ਼ਰੂਰੀ ਰੱਖਿਆ ਸੀ। ਇਹ ਤਾਂ ਸਿੱਖ ਆਪਣੇ ਹੱਥ ਦੇ ਵਿੱਚ ਹਰ ਵਕਤ ਤਿਆਰ ਬਰ ਤਿਆਰ ਜੰਗ ਯੁੱਧ ਵਾਸਤੇ ਕਿਰਪਾਨਾਂ ਰੱਖਦੇ ਸੀ, ਹਥਿਆਰ ਰੱਖਦੇ ਸੀ। ਇਹ ਚਿੰਨ੍ਹ ਦਾ ਰੂਪ ਤਾਂ ਬਾਅਦ ਦੇ ਵਿੱਚ ਜਦੋਂ ਅਸੀਂ ਗੁਲਾਮ ਬਣ ਗਏ ਅੰਗਰੇਜ਼ਾਂ ਦੇ, ਉਦੋਂ ਚਿੰਨ੍ਹ ਦਾ ਰੂਪ ਧਾਰਨ ਕਰ ਗਈ। ਫਿਰ ਸਾਡੇ
ਇਹ ਸੁਭਾਅ ਦਾ ਇੱਕ ਹਿੱਸਾ ਬਣ ਗਈ ਕਿ ਚਿੰਨ੍ਹ ਤਾਂ ਕੋਲੇ ਰੱਖੀ ਦਾ ਹੀ ਹੁੰਦਾ ਹੈ। ਜਿਵੇਂ ਸਾਡੇ ਬਹੁਤ ਸਾਰੇ ਲੋਕ ਸਾਧ ਸੰਤ ਆਦਿਕ, ਉਦੋਂ ਸਿੱਖ ਪੁਰਾਣੇ ਸਮਿਆਂ 'ਚ ਨੰਗੀਆਂ ਲੱਤਾਂ ਰੱਖਦੇ ਸੀ, ਅੱਜ ਅਸੀਂ ਵੀ ਨੰਗੀਆਂ ਲੱਤਾਂ ਰੱਖਣੀਆਂ ਨੇ। ਭਾਵੇਂ ਉਹ ਕਰੋੜ ਕਰੋੜ ਦੀਆਂ ਕਾਰਾਂ 'ਚ ਚੜ੍ਹੇ ਫਿਰਦੇ ਨੇ, ਪਰ ਲੱਤਾਂ ਨੰਗੀਆਂ ਲਈ ਫਿਰਦੇ ਨੇ। ਇਹੋ ਜਿਹਾ ਬਹੁਤ ਕੁਝ ਝਮੇਲਾ ਪੈ ਗਿਆ। ਇਹਨਾਂ ਨੂੰ ਨਵੇਂ ਸਿਰੋਂ ਬਹੁਤ ਕੁਝ ਸੁਧਾਰਨ ਦੀ ਲੋੜ ਹੈ, ਗਿਆਨ ਹਾਸਲ ਕਰਨ ਦੀ ਲੋੜ ਹੈ, ਵਿਦਵਤਾ ਦੀ ਲੋੜ ਹੈ, ਪਰਖ ਪੜਚੋਲ ਕਰਕੇ ਨਵੀਂ ਰਹਿਤ ਮਰਿਆਦਾ, ਨਵੇਂ ਸਿਧਾਂਤ ਲਾਗੂ ਕਰਨ ਦੀ ਲੋੜ ਹੈ। ਇਤਨੇ ਇੱਕ ਬਚਨ ਪ੍ਰਵਾਨ ਕਰਨੇ। ਅੱਜ ਇਹ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਬਹੁਤ ਦਿਲਚਸਪੀ ਦਿਖਾਈ ਹੈ ਸਵਾਲ ਜਵਾਬਾਂ ਦੇ ਵਿੱਚ। ਬਹੁਤ ਸਾਰੇ ਸਵਾਲ ਸਾਡੇ ਕੋਲੇ ਹਰ ਹਫਤੇ ਆ ਜਾਂਦੇ ਨੇ। ਉਹਨਾਂ ਦੇ ਵਿੱਚੋਂ ਕਾਫੀ ਸਾਰੇ ਸਵਾਲਾਂ ਦੇ ਜਵਾਬ ਹਰ ਹਫਤੇ ਦਿੱਤੇ ਜਾਂਦੇ ਨੇ ਅਤੇ ਸੋਮਵਾਰ ਨੂੰ ਇਹਨਾਂ ਨੂੰ ਨੈੱਟ ਦੇ ਉੱਤੇ, ਫੇਸਬੁੱਕ 'ਤੇ, YouTube 'ਤੇ ਪਾ ਦਿੱਤਾ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ। ਤਤ ਗੁਰਮਤਿ ਗਿਆਨ TV ਦੇ ਉੱਤੋਂ ਤੁਸੀਂ ਇਹ ਸਵਾਲ ਪੜ੍ਹ ਕੇ ਲਾਹਾ ਲੈਂਦੇ ਰਹੋਗੇ ਅਤੇ ਹੋਰ ਵੀ ਭੈਣਾਂ ਭਾਈਆਂ ਨੂੰ ਪੜ੍ਹਨ ਸੁਣਨ ਵਾਸਤੇ ਤੁਸੀਂ ਪ੍ਰੇਰਨਾ ਕਰਦੇ ਰਹੋਗੇ, ਤਾਂ ਕਿ ਗੁਰਮਤਿ ਦੇ ਜਿਹੜੇ ਝਮੇਲੇ ਪਏ ਹੋਏ ਨੇ ਉਹਨਾਂ ਦੇ ਵਿੱਚ ਸਪਸ਼ਟਤਾ ਆ ਸਕੇ। ਜਿਹੜਾ ਗੈਰ ਵਿਗਿਆਨਕ ਅੰਧ ਵਿਸ਼ਵਾਸਾਂ ਵਾਲੀਆਂ ਚੀਜ਼ਾਂ ਸਾਡੇ ਮਨਾਂ 'ਚ ਬੈਠੀਆਂ ਹੋਈਆਂ ਨੇ, ਉਹਨਾਂ ਨੂੰ ਆਪਾਂ ਸਾਫ਼ ਸਫਾਈ ਕਰਕੇ ਚੰਗੇ ਇਨਸਾਨ, ਗਿਆਨਵਾਨ ਗੁਰਸਿੱਖ ਉਹ ਬਣ ਸਕੀਏ। ਇਤਨੇ ਇੱਕ ਬਚਨ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।